ਸਵਾਗਤ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ ਔਰ ਮੇਰੇ ਨਾਲ ਨੇ ਸੀਨੀਅਰ ਜਰਨਲਿਸਟ ਮਨਪ੍ਰੀਤ ਰੰਧਾਵਾ। ਮਨਪ੍ਰੀਤ ਜੀ ਵੈਲਕਮ। ਰੰਧਾਵਾ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ। ਮਨਪ੍ਰੀਤ ਜੀ, ਸਾਰੇ ਪੰਜਾਬ 'ਚ ਇੱਕੋ ਹੀ ਮਾਮਲਾ, ਨਸ਼ੇ ਦਾ ਮਾਮਲਾ, ਬੇਅਦਬੀਆਂ ਦਾ ਮਾਮਲਾ, ਉਹਦੇ ਉੱਤੇ ਏਡੀ ਭਖਵੀਂ ਸਿਆਸਤ ਦੇ ਦਰਮਿਆਨ ਸਰਕਾਰ ਨੇ ਇੱਕ ਬਹੁਤ ਵੱਡਾ ਆਪਣੇ ਵੱਲੋਂ ਫੈਸਲਾ ਲਿਆ। ਇਹ ਬਹੁਤ ਵੱਡਾ ਫੈਸਲਾ ਪੰਜਾਬ ਦੇ ਗ੍ਰਹਿ ਮੰਤਰੀ ਵੱਲੋਂ ਆਇਆ। ਸੁਖਜਿੰਦਰ ਸਿੰਘ ਰੰਧਾਵਾ ਨੇ ਇੱਕ ਕਮੇਟੀ ਬਣਾਈ ਆ, ਉਹਦੀ ਬਣਤਰ ਤੇ ਉਸ ਕਮੇਟੀ ਦੇ ਕੰਮ ਢੰਗ ਤੇ ਉਹਦੀ ਸਮਾਂ ਸੀਮਾ, ਉਹਦੇ ਵਿੱਚ ਦਿਲਚਸਪੀਆਂ ਬਹੁਤ ਆ। ਇਹ ਦਿਲਚਸਪੀਆਂ ਦੇ ਉੱਤੇ ਖੁੱਲ ਕੇ ਗੱਲ ਕਰਾਂਗੇ ਕਿ ਗੱਲ ਕਟਹਿਰੇ ਦੇ ਵਿੱਚ ਮੁਜਰਮ ਲਿਆਉਣ ਵਾਲੀ ਆ ਜਾਂ ਡਿਲੇ ਟੈਕਟਿਕਸ ਨੇ, ਇਨਸਾਫ ਦੇ ਤਕਾਜ਼ੇ ਦੇ ਨਜ਼ਰੀਓਂ, ਹਾਈ ਕੋਰਟਾਂ ਤੇ ਦੂਜੀਆਂ ਅਦਾਲਤਾਂ ਦੇ ਨਜ਼ਰੀਓਂ। ਇਹ ਬਹੁਤ ਅਹਿਮ ਸਵਾਲ ਆ ਔਰ ਇੰਨੇ ਹੀ ਨਿਰਧਾਰਿਤ ਕਰਨੀ ਆ ਪੰਜਾਬ ਦੀ ਪੋਲਿਟਿਕਸ 2022 ਦੀ ਇਲੈਕਸ਼ਨ। ਸੋ ਇਹਦੇ ਉੱਤੇ ਗੱਲ ਕਰਾਂਗੇ। ਤੁਹਾਡੇ ਕੋਲ ਅੰਕੜੇ ਤੱਥ ਸਾਰਾ ਕੁਝ ਹੈ ਔਰ ਕੁਝ ਸਟੱਡੀ ਮੈਂ ਕੀਤੀ, ਆਪਾਂ ਇੱਥੇ ਅੱਗੇ ਵੱਧਦੇ ਹਾਂ। ਪਰ ਜਦੋਂ ਨਵਜੋਤ ਸਿੰਘ ਸਿੱਧੂ ਅਕਾਲੀਆਂ ਦੇ ਕੱਲ ਦੇ ਵਾਰ ਤੋਂ ਬਾਅਦ ਇਹ ਕਹਿੰਦੇ ਆ ਕਿ ਸਾਬਤ ਕਰਕੇ ਦਿਖਾਓ, ਜੇ ਮੇਰੀ ਡੀਜੀਪੀ ਨਾਲ ਪਹਿਲੇ ਨਾਲ ਜਾਂ ਇਸ ਨਾਲ ਕਿਤੇ ਕੋਈ ਮੀਟਿੰਗ ਹੋਵੇ ਮੈਂ ਸਿਆਸਤ ਛੱਡ ਦੂੰ। ਦੂਜਾ ਉਹ ਕਹਿੰਦੇ ਆ ਜੇ ਕੀਤਾ ਕੱਖ ਨਹੀਂ, ਡਰਦੇ ਕਿਉਂ ਜੇ, ਫੇਸ ਕਰੋ। ਫੇਸ ਕਿਉਂ ਨਹੀਂ ਕਰਦੇ? ਤੇ ਉਹ ਆਪਣੀ ਸਰਕਾਰ ਨੂੰ ਵੀ ਨਿਸ਼ਾਨੇ ਤੇ ਲੈਂਦੇ ਆ ਵੀ ਐਵੇਂ ਮਗਰਮੱਛ ਦੇ ਹੰਝੂ ਜੇ ਨਾ ਕੱਢੀ ਜਾਓ। ਤੇ ਸਾਡੇ ਇੱਧਰ ਮੁੱਖ ਮੰਤਰੀ ਸਾਹਿਬ ਕਹਿੰਦੇ ਮੈਂ ਤਾਂ ਕਮਜ਼ੋਰ ਮੁੱਖ ਮੰਤਰੀ ਬਿਲਕੁਲ ਨਹੀਂ। ਹੁਣ ਉਹਨਾਂ ਤੋਂ ਕੌਣ ਇਹ ਸਰਟੀਫਿਕੇਟ ਮੰਗਦਾ ਹੈ ਜਾਂ ਉਹ ਕਿਉਂ ਦੇ ਰਹੇ ਆ? ਉਹ ਮੁੱਖ ਮੰਤਰੀ ਨੇ, ਸਭ ਤੋਂ ਵੱਧ ਐਕਟਿਵ ਨੇ, ਚੌਪਰ ਉੱਡਦਾ ਹੀ ਰਹਿੰਦਾ, ਉਹ ਥਾਂ ਥਾਂ ਨਜ਼ਰ ਆ ਰਹੇ ਆ, ਖਬਰਾਂ ਨੇ, ਸੁਰਖੀਆਂ ਨੇ। ਫਿਰ ਉਹ ਕਮਜ਼ੋਰ ਕਿੱਦਾਂ ਹੋ ਗਏ? ਉਹਨਾਂ ਦੇ ਧੁਰ ਅੰਦਰ ਕੋਈ ਇਸ ਤਰ੍ਹਾਂ ਦੀ ਗੱਲ ਕਿਉਂ ਬਹਿ ਗਈ ਕਿ ਮੈਂ ਤਾਂ ਮਜ਼ਬੂਤ ਹਾਂ, ਮੈਨੂੰ ਕਮਜ਼ੋਰ ਦਿਖਾਇਆ ਜਾ ਰਿਹਾ? ਤੇ ਸੁਖਬੀਰ ਸਿੰਘ ਬਾਦਲ ਦਾ ਇਹ ਸੁਨੇਹਾ ਕਿ ਇਹ ਦੇਖੋ ਜੀ, ਸਰਕਾਰ ਧਿਆਨ ਭਟਕਾਉਣ ਲਈ ਸਾਡੇ ਖਿਲਾਫ ਵੰਡੈਟਾ ਪੋਲਿਟਿਕਸ ਕਰ ਰਹੀ ਹੈ। ਦਰਅਸਲ ਇਹ ਨਾਕਾਮ ਹੋ ਗਏ, ਇਹਨਾਂ ਕੋ ਹੋਇਆ ਕੱਖ ਨਹੀਂ। ਤੇ ਉਹ ਸੁਨੇਹਾ ਚਲੇ ਜਾਂਦਾ ਜੀ ਸੁਖਬੀਰ ਜੀ ਮਜੀਠੀਆ ਨੂੰ ਬਚਾਉਣ ਨੂੰ ਫਿਰਦੇ ਆ। ਅੰਦਰਲੀਆਂ ਗੱਲਾਂ ਦੇ ਵਿੱਚ ਬੜਾ ਕੁਝ ਆ ਜਾਂਦਾ ਹੈ। ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਆਪਾਂ ਗੱਲ ਕਰਨੀ ਆ, ਲੇਕਿਨ 4 ਮੁੱਦੇ ਬਹੁਤ ਅਹਿਮ ਜਿਨ੍ਹਾਂ ਨੂੰ ਫੜਨਾ ਬੜਾ ਜ਼ਰੂਰੀ ਆ। ਦੇਸ਼ ਦੇ ਰਾਸ਼ਟਰਪਤੀ ਅਦਾਲਤੀ ਸਿਸਟਮ ਨੂੰ, ਜੱਜਸ ਨੂੰ ਕਹਿੰਦੇ ਆ ਕਿ ਤੁਸੀਂ ਕਾਨੂੰਨ ਬਣਾਉਣ, ਆਪਣਾ ਜਿਹੜਾ ਜੱਜ ਆਪਣੀ ਗੱਲ ਕਹਿਣ ਸਮੇਂ ਸਿਆਣਪ ਤੋਂ ਕੰਮ ਲੈਣ। ਹੁਣ ਰਾਸ਼ਟਰਪਤੀ ਕਿਉਂ ਕਹਿ ਰਹੇ? ਕਿਉਂਕਿ ਮੇਰੇ ਖਿਆਲ ਅਦਾਲਤਾਂ ਨੂੰ ਕਈ ਰਾਸ਼ਟਰਪਤੀ ਸਕਦੇ ਆ, ਸਿੱਧੇ ਸਿੱਧੇ ਢੰਗ ਨਾਲ ਕਹਿ ਰਹੇ ਆ ਜਾਂ ਘੁਆਇਆ ਜਾ ਰਿਹਾ। ਲੇਕਿਨ ਭਾਰਤ ਦੇ ਚੀਫ ਜਸਟਿਸ ਵੀ ਉਸੇ ਮੌਕੇ ਤੇ ਸ਼ੱਕਾ ਮਾਰਦੇ ਆ। ਮੈਂ ਲਿਖ ਕੇ ਰੱਖਿਆ, ਕਹਿੰਦੇ ਕਾਨੂੰਨ ਬਣਾਉਣ ਸਮੇਂ ਪ੍ਰਭਾਵ ਬਾਰੇ ਨਹੀਂ ਸੋਚਦੇ ਕਾਨੂੰਨ ਸਾਜ਼। ਖੇਤੀ ਕਾਨੂੰਨ ਵਾਪਸ ਲੈਣ ਲੱਗਿਆ ਤੇ ਚੀਫ ਜਸਟਿਸ ਦੀ ਗੱਲ ਸਾਬਤ ਹੋ ਰਹੀ ਆ। ਅੱਛਾ, ਇਸੇ ਤਰ੍ਹਾਂ ਦਿੱਲੀ ਹਾਈ ਕੋਰਟ ਇੱਕ ਹੋਰ ਟਿੱਪਣੀ ਕਰਦੀ ਹੈ ਕਿ ਬਹੁਗਿਣਤੀ ਨਾਲ ਮੇਲ ਖਾਂਦੇ ਵਿਚਾਰ ਹੀ ਪ੍ਰਗਟਾਵੇ ਦੀ ਆਜ਼ਾਦੀ ਨਹੀਂ। ਸਲਮਾਨ ਖੁਰਸ਼ੀਦ ਦੀ ਕਿਤਾਬ ਤੇ ਰੌਲਾ ਬੜਾ ਪਿਆ ਸੀ, ਉਹਨਾਂ ਦਾ ਘਰ ਘੁਰ ਸਾੜਨ ਦੀ ਕੋਸ਼ਿਸ਼ ਵੀ ਹੋਈ ਸੀ। ਹਾਈ ਕੋਰਟ ਕਹਿੰਦੀ ਜ਼ਰੂਰੀ ਨਹੀਂ ਕਿ ਜੇ ਤੁਸੀਂ ਬਹੁਤੀ ਗਿਣਤੀ ਚੋ ਤੇ ਤੁਹਾਡੇ ਹੀ ਵਿਚਾਰ ਜਿਹੜੇ ਆ ਉਹ ਅਹਿਮ ਨੇ, ਦੂਜਿਆਂ ਦੇ ਵਿਚਾਰ ਵੀ ਅਹਿਮ ਨੇ। ਤੇ ਤੋਮਰ ਸਾਹਿਬ ਕਹਿੰਦੇ ਆ ਪਰਾਲੀ ਸਾੜਨਾ ਹੁਣ ਅਪਰਾਧ ਨਹੀਂ। ਇਹ ਵੀ ਕਹਿੰਦੇ ਆ ਕਿ ਉਹਨਾਂ ਰਾਹਾਂ ਤੇ ਮੁੜਨਾ। ਤੇ ਇਹ ਸਾਰੀਆਂ ਗੱਲਾਂ ਦੇ ਦਰਮਿਆਨ ਇੱਕ ਹੋਰ ਗੱਲ ਜਿਹੜੀ ਅਕਾਦਮਿਕ ਹਲਕਿਆਂ ਦੀ, ਉਹਨੂੰ ਲੈਣਾ ਨਾ ਭੁੱਲੀਏ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਾਈਸ ਚਾਂਸਲਰ ਨੇ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਇਹ ਕਟਹਿਰੇ 'ਚ ਖੜਾ ਕੀਤਾ। ਕਰਨਾ ਵੀ ਚਾਹੀਦਾ। ਆਖੇ ਇਹ RSS ਦਾ ਬੰਦਾ, ਉਹ ਬੰਦਾ ਤੇ ਹੈਗਾ ਨਾ, ਕਿਸੇ ਦਾ ਵੀ ਆ। ਤੁਸੀਂ ਬਦਲ ਦਿਓ, ਰੌਲਾ ਕਿਉਂ ਪਾਉਂਦੇ ਹੋ? ਜਾਂ ਫਿਰ ਸਾਬਤ ਕਰ ਦਿਓ ਵੀ RSS ਦਾ। ਉਹ ਕਹਿੰਦੇ ਮੈਂ ਨਹੀਂ ਹੈ, ਮੇਰੇ ਦਿਲ ਤੇ ਚੋਟ ਲੱਗੀ ਆ ਭਾਈ, 20 ਕਰੋੜ ਦਾ ਹਰਜਾਨਾ ਨਹੀਂ ਤੇ ਮਾਫੀ ਮੰਗ। ਹੁਣ ਆ ਗਿਆ ਊਠ ਪਹਾੜ ਦੇ ਨੀਚੇ। ਮੈਂ ਮੁੜ ਕੇ ਆਵਾਂ, ਸੁਖਜਿੰਦਰ ਸਿੰਘ ਰੰਧਾਵਾ ਪੰਜਾਬ ਦੇ ਗ੍ਰਹਿ ਮੰਤਰੀ ਇੱਕ ਕਮੇਟੀ ਕਨਸਟੀਟਿਊਟ ਕਰਦੇ ਆ। ਮੈਨੂੰ ਸਮਝਾਇਓ ਇਹਦੀ ਡਾਇਰੈਕਸ਼ਨ ਕੀ ਆ? ਇਹ ਹਫਤੇ ਦੇ ਵਿੱਚ ਰਿਪੋਰਟ ਪੇਸ਼ ਕੀਤੀ ਜਾਣੀ ਆ। ਇਹ ਰਿਪੋਰਟ ਕਿਹੜੀ ਪੇਸ਼ ਕੀਤੀ ਜਾਣੀ ਆ? ਉਹਨਾਂ ਇਨਵੈਸਟੀਗੇਟ ਕੀ ਕਰਨਾ ਹੈ? ਇਸ ਕਮੇਟੀ ਦਾ ਕੰਮ ਕਰਨ ਦਾ ਜਿਹੜਾ ਖੇਤਰ ਹੋਊਗਾ ਉਹ ਕੀ ਆ? ਕਿੰਨਾ ਕਿੰਨਾ ਅਹਿਮ ਮਸਲਿਆਂ ਦੇ ਉੱਤੇ ਇਹਨਾਂ ਇਨਵੈਸਟੀਗੇਟ ਕਰਕੇ ਹਫਤੇ 'ਚ ਰਿਪੋਰਟ ਦੇਣੀ। ਖੋਲ ਕੇ ਦੱਸਿਓ ਜਰਾ, ਪੰਜਾਬ ਦੀ ਸਿਆਸਤ ਨੇ ਇੱਥੋਂ ਹੀ ਦਿਸ਼ਾ ਲੈਣੀ ਹੈ। ਜੀ ਰੰਧਾਵਾ ਜੀ, ਬਹੁਤ ਹੀ ਅਹਿਮ ਮੁੱਦਾ। ਔਰ ਸ਼ਾਇਦ ਜਿਹੜੇ ਗ੍ਰਹਿ ਮੰਤਰੀ ਨੇ ਸਾਡੇ ਇੱਥੋਂ ਦੇ ਹੋਮ ਮਿਨਿਸਟਰ ਸੁਖਜਿੰਦਰ ਸਿੰਘ ਰੰਧਾਵਾ, ਜਾਂ ਤਾਂ ਉਹ ਸਮਝਦੇ ਨੇ ਰੰਧਾਵਾ ਸਾਹਿਬ ਕਿ ਜਨਤਾ ਬਹੁਤ ਭੋਲੀ ਆ, ਤੇ ਜਾਂ ਸ਼ਾਇਦ ਉਹਨਾਂ ਨੂੰ ਲੱਗਦਾ ਕਿ ਇਹਨਾਂ ਨੂੰ ਤਾਂ ਕਿਸੇ ਗੱਲ ਦਾ ਪਤਾ ਹੀ ਨਹੀਂ। ਹੁਣ ਤੁਸੀਂ ਦੇਖੋ, ਉਹ ਜਿਹੜੇ 3 ਮੈਂਬਰੀ ਕਮੇਟੀ ਬਣਾਉਣ ਦੀ ਗੱਲ ਕੀਤੀ ਹੈ, ਜਿਹੜੀ ਤੁਸੀਂ ਵੀ ਜ਼ਿਕਰ ਕੀਤਾ, ਤੇ ਬਾਅਦ ਦੇ ਵਿੱਚ ਉਹ ਕਹਿੰਦੇ ਕਿ 1 ਹਫ਼ਤੇ ਤੱਕ ਰਿਪੋਰਟ ਦੇਣੀ ਆ। ਉਹਦੇ ਚ ਕੀ ਉਹਨਾਂ ਦਾ ਮੈਂਡੇਟ ਕੀ ਆ? ਕਿੰਨਾ ਗੱਲਾਂ ਤੇ ਉਹਨਾਂ ਨੇ ਗੱਲ ਕਰਨੀ ਹੈ ਇਸ 3 ਮੈਂਬਰੀ ਕਮੇਟੀ ਨੇ? ਉਹ ਕਹਿੰਦੇ ਜੀ ਪਹਿਲਾਂ ਤਾਂ ਤੁਸੀਂ ਇਹ ਦੇਖੋ ਕਿ ਜਿਹੜਾ ਸੀਲਡ ਕਵਰ ਦੇ ਵਿੱਚ ਰਿਪੋਰਟ ਆ STF ਨੇ ਜਿਹੜੀ ਜਮ੍ਹਾਂ ਕਰਾਈ ਆ 3 ਸਾਲ ਪਹਿਲਾਂ, ਕੀ ਉਹਦੇ ਵਿੱਚ ਕਿਤੇ ਇਹ ਤਾਂ ਨਹੀਂ ਲਿਖਿਆ ਕਿ ਇਸ ਦੀ ਇਨਵੈਸਟੀਗੇਸ਼ਨ ਅੱਗੇ ਨਹੀਂ ਕਰਨੀ, ਜਾਂਚ ਅੱਗੇ ਨਹੀਂ ਕਰਨੀ? ਬੜੀ ਹਾਸੋਹੀਣ ਗੱਲ ਆ।
ਇਹ ਗੱਲ ਤੁਹਾਨੂੰ ਲਿਫਾਫੇ 'ਚ ਪਾ ਕੇ ਦੱਸੀ ਜਾਊਗੀ? ਇਹ ਆਪਣੇ ਆਪ ਦੇ ਵਿੱਚ ਹੀ ਇਹਨਾਂ ਦੀ ਜਿਹੜੀ ਮਨਸ਼ਾ ਜਾਂ ਇੱਕ ਪੋਲੀਟੀਕਲ ਵਿਲ ਜਿਹਨੂੰ ਅਸੀਂ ਕਹਿੰਦੇ ਆ, ਉਸ ਦਾ ਸਾਨੂੰ ਅੰਦਾਜ਼ਾ ਹੁੰਦਾ ਕਿ ਕਿਸ ਤਰ੍ਹਾਂ ਇੱਕ ਹੋਰ ਪਾਸੇ ਵੱਲ ਨੂੰ ਇਸ ਜਾਂਚ ਨੂੰ ਜਾਂ ਇਸ ਰਿਪੋਰਟ ਨੂੰ ਖੋਲਣ ਦੇ ਵਿੱਚ ਡਿਲੇ ਕੀਤੇ ਜਾਣ ਦੀ ਸਾਨੂੰ ਸ਼ੰਕਾ। ਦੂਜੀ ਗੱਲ ਉਹ ਕੀ ਕਹਿੰਦੇ, ਉਹ ਕਹਿੰਦੇ ਆ ਕਿ ਜਿਹੜੇ ਫਤਿਹਗੜ੍ਹ ਸਾਹਿਬ ਤੇ ਪਟਿਆਲਾ ਦੇ ਕੇਸ ਆ, ਜਿੱਥੇ ਡਰੱਗ ਸਮਗਲਰਸ ਦੇ ਜਾਂ ਉਹਨਾਂ ਦੇ ਕਿਸੇ ਤਰ੍ਹਾਂ ਦੇ ਕੋਈ ਸੰਬੰਧ ਨੇ, ਉਹਨਾਂ ਨੂੰ ਕਿਉਂ ਨਹੀਂ ਇਨਵੈਸਟੀਗੇਟ ਕੀਤਾ? ਇਸ ਦੀ ਵੀ ਇਹ ਦੇਖੇਗੀ ਕਮੇਟੀ। ਤੇ ਤੀਸਰੀ ਗੱਲ ਉਹ ਕਹਿੰਦੇ ਆ ਕਿ ਜਿਹੜੇ ਹੋਮ ਸੈਕਟਰੀ ਨੇ ਬਾਰ-ਬਾਰ ਰਿਮਾਈਂਡਰ ਭੇਜੇ ਆ STF ਨੂੰ, ਉਸ ਤੇ ਕਿਸੇ ਤਰ੍ਹਾਂ ਦਾ ਕੋਈ ਕਾਰਵਾਈ ਕਿਉਂ ਨਹੀਂ ਹੋਈ? ਤੇ ਚੌਥੀ ਗੱਲ ਉਹ ਕਹਿੰਦੇ ਆ ਕਿ ਅਸੀਂ ਇਹ ਵੀ ਦੇਖਾਂਗੇ ਕਿ AG ਨੇ, DGP ਨੇ ਕੋਈ ਕੁਤਾਹੀ ਤਾਂ ਨਹੀਂ ਕੀਤੀ, ਜਾਂ ਉਹਨਾਂ ਕਰਕੇ ਇਹਨਾਂ ਕੇਸਾਂ ਦੇ ਵਿੱਚ ਡਿਲੇ ਤਾਂ ਨਹੀਂ ਹੋਇਆ। ਇਹ ਚਾਰੇ ਜਿਹੜੇ ਪੁਆਇੰਟ ਨੇ, ਚਾਰੇ ਇਹ ਜਿਹੜੇ ਚਾਰ ਨੁਕਾਤੀ ਪ੍ਰੋਗਰਾਮ ਆ ਇਹਨਾਂ ਦਾ, ਜੇ ਆਪਾਂ ਇੱਕ ਤਰ੍ਹਾਂ ਕਹਿ ਲਈਏ, ਤੇ ਆਪਣੇ ਆਪ ਦੇ ਵਿੱਚ ਸਾਨੂੰ ਇਹੀ ਲੱਗਦਾ ਕਿ ਇਹ 'ਚ ਡਿਲੇ ਟੈਕਟਿਕ ਆ। ਮੈਂ ਤੁਹਾਨੂੰ ਯਾਦ ਕਰਾਉਣਾ, ਅਗਸਤ ਦੇ ਮਹੀਨੇ ਦੇ ਵਿੱਚ ਰੰਧਾਵਾ ਜੀ ਅਨੁਰਾਗ ਅਗਰਵਾਲ ਇਹਨਾਂ ਦੇ ਐਡੀਸ਼ਨਲ ਚੀਫ ਸੈਕਟਰੀ ਰੈਂਕ ਦੇ ਹੋਮ ਸੈਕਟਰੀ ਸੀ। ਉਹ ਇੱਕ ਬੜੀ ਸਖਤ ਚਿੱਠੀ ਲਿਖਦੇ ਨੇ ਹਰਪ੍ਰੀਤ ਸਿੰਘ ਸਿੱਧੂ ਹੋਣਾ ਨੂੰ, ADGP ਨੂੰ, ਜਿਹੜੇ STF ਸਪੈਸ਼ਲ ਟਾਸਕ ਫੋਰਸ ਬਣੀ ਸੀ, ਕੈਪਟਨ ਅਮਰਿੰਦਰ ਸਿੰਘ ਹੋਣਾ ਵੱਲੋਂ ਕਨਸਟੀਟਿਊਟ ਕੀਤੀ ਗਈ ਸੀਗੀ। ਤੁਸੀਂ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ, ਸਾਨੂੰ ਦੱਸੋ ਤਾਂ ਸਹੀ ਤੁਸੀਂ ਕਰ ਕੀ ਰਹੇ ਹੋ? ਕੀ ਤੁਸੀਂ ਕੋਈ ਵੱਡੀ ਮੱਛੀ ਫੜੀ ਆ? ਬਿਗ ਫਿਸ਼ ਦੇ ਉਹਨਾਂ ਨੇ ਜ਼ਿਕਰ ਕੀਤਾ ਸੀ, ਕਿਹੜੀ ਵੱਡੀ ਮੱਛੀ ਤੁਸੀਂ ਫੜੀ ਆ? ਤੇ ਸਾਨੂੰ ਇਹ ਵੀ ਦੱਸੋ ਕਿ ਤੁਸੀਂ ਜਾਂਚ ਅੱਗੇ ਕਰ ਰਹੇ ਹੋ ਕਿ ਨਹੀਂ ਕਰ ਰਹੇ ਹੋ। ਸਾਨੂੰ ਤੁਸੀਂ ਇਹ ਦੱਸੋ ਕਿ ਇਸ ਦੇ ਮੁਤਲਕ ਤੁਹਾਨੂੰ ਕੋਈ ਹਾਈ ਕੋਰਟ ਨੇ ਜਾਂ ਪੰਜਾਬ ਸਰਕਾਰ ਨੇ ਇਸ ਦੇ ਵਿੱਚ ਤਹਿਕੀਕਾਤ ਅੱਗੇ ਕਰਨ ਤੋਂ ਮਨਾ ਕੀਤਾ? ਅਸੀਂ ਤਾਂ ਕੋਈ ਮਨਾ ਨਹੀਂ ਕੀਤਾ, ਤੇ ਨਾ ਹੀ ਤੁਹਾਨੂੰ ਕਿਸੇ ਹਾਈ ਕੋਰਟ ਨੇ ਮਨਾ ਕੀਤਾ। ਤੇ ਫਿਰ ਤੁਸੀਂ ਹਜੇ ਇਸ ਦੀ ਰਿਪੋਰਟ ਕਿਉਂ ਨਹੀਂ ਦਿੰਦੇ ਜਾਂ ਸਾਨੂੰ ਕਿਉਂ ਨਹੀਂ ਦੱਸਦੇ? ਹਰਪ੍ਰੀਤ ਸਿੰਘ ਸਿੱਧੂ, ਇਹ ਆਪਸ ਦੇ ਵਿੱਚ ਬੜੀਆਂ ਚਿੱਠੀਆਂ ਦਾ ਆਦਾਨ ਪ੍ਰਦਾਨ ਹੁੰਦਾ, ਜਿਸ ਤਰ੍ਹਾਂ ਇਹਨੇ ਕਿਹਾ ਸੀਰੀਜ਼ ਆਫ ਲੈਟਰਸ ਉਹਦੇ ਵਿੱਚ ਆਉਂਦੀਆਂ, ਲੇਕਿਨ ਹਰਪ੍ਰੀਤ ਸਿੰਘ ਸਿੱਧੂ ਨੂੰ ਜਦੋਂ ਮੀਡੀਆ ਪੁੱਛਣ ਜਾਂਦਾ ਤੇ ਉਹ ਕਹਿੰਦੇ ਜਵਾਬ ਮੈਂ ਤੁਹਾਨੂੰ ਨਹੀਂ, ਮੈਂ ਤਾਂ ਉਹਨਾਂ ਨੂੰ ਦਊਂਗਾ, ਸਾਨੂੰ ਨਹੀਂ ਪਤਾ ਉਹਨਾਂ ਨੇ ਕੀ ਜਵਾਬ ਦਿੱਤਾ। ਲੇਕਿਨ ਇਹ ਰਿਪੋਰਟ ਅਜੇ ਤੱਕ ਸਾਡੇ ਸਾਹਮਣੇ ਨਹੀਂ ਆਈ। ਇਹੀ ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਹੁਣ ਇਸ ਟਾਈਮ ਗ੍ਰਹਿ ਮੰਤਰੀ ਨੇ, ਉਸ ਟਾਈਮ ਰੌਲਾ ਪਾਉਂਦੇ ਸੀ ਕਿ ਦੇਖੋ ਜੀ ਹੋਮ ਸੈਕਟਰੀ ਜਿਹੜਾ ਹੋਮ ਡਿਪਾਰਟਮੈਂਟ ਨੇ ਇਸ ਦੇ ਵਿੱਚ ਕੁਤਾਹੀ ਕੀਤੀ ਹੈ, ਕੰਮ ਨਹੀਂ ਕੀਤਾ, ਹੋਮ ਸੈਕਟਰੀ ਬਦਲੋ। ਤੇ ਫਿਰ ਹੋਮ ਸੈਕਟਰੀ ਬਦਲ ਵੀ ਦਿੱਤੇ ਗਏ, ਉਹੀ ਅਨੁਰਾਗ ਵਰਮਾ ਲੈ ਆਂਦੇ। ਕਹਿਣ ਦਾ ਮਤਲਬ ਉਸ ਤੋਂ ਬਾਅਦ ਉਹਨਾਂ ਨੇ DGP ਦੇ ਖਿਲਾਫ ਵੀ ਮੋਰਚਾ ਖੋਲ੍ਹਿਆ, ਤੇ ਨਾਲ ਹੀ ਜਿਹੜੇ ਐਡਵੋਕੇਟ ਜਨਰਲ ਸੀ ਉਦੋਂ ਅਤੁਲ ਨੰਦਾ, ਉਹਨਾਂ ਦੇ ਖਿਲਾਫ ਹੀ ਇਹ ਮੋਰਚੇ ਖੁੱਲਦੇ ਰਹੇ। ਕਹਿਣ ਦਾ ਮਤਲਬ ਇਹ ਆ ਕਿ ਇਹ ਸਾਰੀਆਂ ਚੀਜ਼ਾਂ ਫੇਰ ਇੱਕ ਵਾਰੀ ਲੱਗਦਾ ਕਿ ਕਿਸੇ ਠੰਡੇ ਬਸਤੇ ਵਿੱਚ ਪਾਉਣ ਦੀਆਂ ਕੋਸ਼ਿਸ਼ਾਂ ਨੇ। ਇੱਕ ਹਫ਼ਤੇ ਦਾ ਦੇਖੋ, 6-6 ਮਹੀਨੇ ਦੀ ਪੁਰਾਣੀ ਇੱਕ ਕਮੇਟੀ ਬਣੀ ਹੋਈ ਹੈ ਬੇਅਦਬੀ ਤੇ ਜਾਂ ਕਈ ਤਰ੍ਹਾਂ ਦੀਆਂ ਜਿਹੜੀਆਂ ਬੇਅਦਬੀ ਮਾਮਲਿਆਂ ਤੇ, ਗੋਲੀकांड ਮਾਮਲਿਆਂ ਤੇ ਸਾਨੂੰ ਅੱਜ ਤੱਕ ਪਤਾ ਲੱਗਾ। ਕਮਿਸ਼ਨ ਬਣ ਜਾਂਦੇ ਨੇ, SITs ਬਣ ਜਾਂਦੀਆਂ ਨੇ, STF ਬਣ ਜਾਂਦੀ ਹੈ, ਲੇਕਿਨ ਲੋਕਾਂ ਨੂੰ ਇਹ ਸਰਕਾਰ ਕੁਝ ਨਹੀਂ ਦੱਸਦੀ ਕਿ ਉਹਦਾ ਜਿਹੜਾ ਸਿੱਟਾ ਕੀ ਨਿਕਲਿਆ। ਸੋ ਇਸੇ ਤਰ੍ਹਾਂ ਦਾ ਮੈਨੂੰ ਜੀ ਇਹਦੇ ਚ ਮੈਂ ਇੱਕ ਸਵਾਲ ਬੜਾ ਜਾਇਜ਼ ਜਿਹਾ ਸਮਝਦਾ ਹੈ ਕਿ ਕੀ ਨਵਜੋਤ ਸਿੰਘ ਸਿੱਧੂ ਵੱਲੋਂ ਹਰ ਦਿਨ ਪਾਏ ਜਾ ਰਹੇ ਪ੍ਰੈਸ਼ਰ ਨੂੰ ਸਿੱਝਣ ਦਾ ਵੀ ਤੌਰ ਤਰੀਕਾ ਹੈ? ਜਦੋਂ ਸਿੱਧੂ ਨੇ ਇਹ ਕਹਿਤਾ ਕਿ ਮੈਂ ਭੁੱਖ ਹੜਤਾਲ ਤੇ ਬਹਿ ਜਾਣਾ, ਮਤਲਬ ਮਰਨ ਵਰਗੀ ਗੱਲ ਉਹਨਾਂ ਕੀਤੀ ਆ ਸਿੱਧੇ ਰੂਪ ਚ ਕਿ ਮੈਂ ਆਪਣਾ ਜੀਵਨ ਸੈਕਰੀਫਾਈਸ ਕਰੂੰਗਾ ਜੇ ਲੋੜ ਪਈ। ਇਹਦਾ ਮਤਲਬ ਹੈ ਕਿ ਉਸ ਤੋਂ ਪਹਿਲਾਂ ਜ਼ਿੰਮੇਵਾਰੀਆਂ ਤੈਅ ਕੀਤੀਆਂ ਜਾ ਰਹੀਆਂ ਕਿ ਕੱਲ ਨੂੰ ਮੁੱਖ ਮੰਤਰੀ ਜਾਂ ਗ੍ਰਹਿ ਮੰਤਰੀ ਦੇ ਉੱਤੇ ਇਹ ਹਰਫਨਾ ਆ ਜਾਏ ਕਿ ਇਹ ਕੁਝ ਨਹੀਂ ਕਰਦੇ। ਇੱਕ ਕਮੇਟੀ ਬਣਾ ਕੇ ਉਹ ਕਮੇਟੀ ਹਰ ਮਾਮਲੇ ਦੇ ਉੱਤੇ ਇੱਕ ਰਿਪੋਰਟ ਪੇਸ਼ ਕਰਦੇ ਕਿ ਇਸ ਸਮੇਂ ਇੱਥੇ ਕੁਤਾਹੀ ਹੋਈ ਹੈ, ਇਸ ਸਮੇਂ ਇੱਥੇ ਕੁਝ ਅਫਸਰ ਜਿਹੜੇ ਆ ਉਹਨਾਂ ਨੂੰ ਤੁਸੀਂ ਕਟਹਿਰੇ 'ਚ ਖੜਾ ਕਰ ਦਿਓਗੇ। ਤੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਜਾ ਚੁੱਕੇ ਆ, ਜਿਨ੍ਹਾਂ ਦਾ ਹੁਣ ਵਜੂਦ ਸਿਆਸੀ ਤੌਰ ਤੇ ਭਾਜਪਾ ਦੀ ਉੱਤੇ ਨਿਰਭਰ ਕਰਦਾ ਹੈ, ਹਮਦਰਦੀ ਤੇ ਵੀ ਉਹ ਕਿੰਨਾ, ਹੁਣ ਉਹਨਾਂ ਦੇ ਉੱਤੇ ਫਿਰ ਸੁੱਟਿਆ ਜਾਊਗਾ ਤੇ ਉਹਨਾਂ ਨਾਲ ਸੰਬੰਧਿਤ ਅਫਸਰਾਂ ਦੇ ਉੱਤੇ ਸੁੱਟਣ ਦਾ ਇਹ ਤੌਰ ਤਰੀਕਾ ਹੈ। ਇਹ ਇੱਕ ਨਵਜੋਤ ਸਿੰਘ ਸਿੱਧੂ ਲਈ ਵੀ ਸੰਕਟਮਈ ਸਥਿਤੀ ਹੈ ਕਿ ਸਰਕਾਰ ਤੇ ਉਹਦੇ ਆਪਣੇ ਵੱਡੇ ਲੋਕ ਇਹ ਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੇ ਆ। ਜੀ ਰੰਧਾਵਾ ਜੀ, ਤੁਸੀਂ ਬਿਲਕੁਲ ਠੀਕ ਅੰਦਾਜ਼ਾ ਲਾਇਆ, ਤੁਹਾਡਾ ਵਿਸ਼ਲੇਸ਼ਣ ਬਿਲਕੁਲ ਠੀਕ ਹੈ, ਕਿਉਂਕਿ ਲਗਾਤਾਰ ਨਵਜੋਤ ਸਿੰਘ ਸਿੱਧੂ ਹਮਲੇ ਕਰ ਰਹੇ ਆ, ਇੱਥੋਂ ਤੱਕ ਧਮਕੀਆਂ ਦੇ ਰਹੇ ਆ ਕਿ ਮੈਂ ਮਰਨ ਵਰਤ ਤੇ ਚਲਾ ਜਾਊਂਗਾ। ਉਹਨਾਂ ਨੂੰ ਪਤਾ, ਇਸੇ ਕਰਕੇ ਉਹ ਚਾਹੇ ਇੱਕੋ ਵਾਰੀ 'ਚ ਆਪਣੀ ਸਰਕਾਰ ਤੇ ਵੀ ਹਮਲਾ ਕਰਦੇ ਆ ਤੇ ਨਾਲ ਦੀ ਨਾਲ ਸ਼੍ਰੋਮਣੀ ਅਕਾਲੀ ਦਲ ਤੇ ਵੀ ਹਮਲਾ ਕਰਦੇ ਆ। ਕੱਲ ਮੈਂ ਇੱਕ ਇੰਟਰਵਿਊ ਦੇਖ ਰਿਹਾ ਸੀਗਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣਾ ਦਾ, ਉਹਨਾਂ ਨੂੰ ਇੱਕ ਸਪੈਸੀਫਿਕਲੀ ਸਵਾਲ ਪੁੱਛਿਆ ਗਿਆ ਕਿ ਕੀ ਤੁਸੀਂ ਚਾਹੁੰਦੇ ਹੋ ਕਿ ਜਿਹੜੀ STF ਦੀ ਰਿਪੋਰਟ ਆ ਸਪੈਸ਼ਲ ਟਾਸਕ ਫੋਰਸ ਦੀ, ਉਹ ਜਨਤਕ ਕੀਤੀ ਜਾਵੇ? ਤੇ ਉਹਨਾਂ ਨੂੰ ਇੱਕੋ ਦਮ ਕੋਈ ਸਵਾਲ ਨਹੀਂ, ਉਹ ਉਖੜ ਗਏ, ਉਹਨਾਂ ਨੂੰ ਜਵਾਬ ਨਹੀਂ ਆਇਆ। ਉਹ ਕਹਿੰਦੇ ਨਹੀਂ ਜੀ, ਇਹ ਤਾਂ ਹਾਈ ਕੋਰਟ ਦਾ ਮਾਮਲਾ, ਅਸੀਂ ਇਹਦੇ ਵਿੱਚ ਕਿਵੇਂ ਦਖਲ ਦੇ ਸਕਦੇ ਹਾਂ, ਮੈਂ ਕਿਸ ਤਰ੍ਹਾਂ ਇੰਸਟਰਕਸ਼ਨ ਦੇ ਸਕਦਾ? ਉਹ ਕਹਿੰਦੇ ਜੀ ਇੰਸਟਰਕਸ਼ਨ ਨਹੀਂ ਤੁਹਾਨੂੰ ਪੁੱਛ ਰਹੇ, ਤੁਹਾਡਾ ਮਨ ਪੁੱਛ ਰਹੇ ਹੋ, ਤੁਹਾਡੀ ਇੱਛਾ ਪੁੱਛ ਰਹੇ ਹੋ, ਤੁਸੀਂ ਦੱਸੋ ਕਿ ਜਨਤਕ ਹੋਣੀ ਚਾਹੀਦੀ ਹੈ ਜਾਂ ਨਹੀਂ ਹੋਣੀ ਚਾਹੀਦੀ। ਕੋਈ ਉਹਦਾ ਸਿੱਧਾ ਜਵਾਬ ਨਹੀਂ ਦੇ ਸਕੇ। ਉਹ ਇੱਕ ਪਾਸੇ ਤਾਂ ਜਾ ਕੇ ਧਰਨੇ ਪ੍ਰਦਰਸ਼ਨ ਲਾਉਂਦੇ ਆ,
ਜਾ ਕੇ ਚੰਨੀ ਹੋਣਾ ਦੀ ਕੋਠੀ ਘੇਰਨ ਦੀ ਕੋਸ਼ਿਸ਼ ਕਰਦੇ ਆ, ਉਹਨਾਂ ਨੂੰ ਮਿਲਦੇ ਆ। ਇਸ ਕਰਕੇ ਕਿਉਂਕਿ ਬਿਕਰਮ ਸਿੰਘ ਮਜੀਠੀਆ ਨੂੰ ਜਾਂ ਇਹਨਾਂ ਤੇ ਇੱਕ ਤਰ੍ਹਾਂ ਦੀ ਗਾਜ ਇਹਨਾਂ ਨੂੰ ਲੱਗਦੀ ਕਿ ਲਟਕੀ ਹੋਈ ਆ, ਕੱਲ ਨੂੰ ਇਹਨਾਂ ਨੂੰ ਕਿਤੇ ਗ੍ਰਿਫਤਾਰ ਨਾ ਕਰ ਲੈਣ। ਤੇ ਦੂਸਰੇ ਪਾਸੇ ਜਦੋਂ ਐਸਟੀਐਫ ਦੀ ਇਹਨਾਂ ਤੋਂ ਸਿੱਧੇ ਸਵਾਲ ਕੀਤੇ ਜਾਂਦੇ ਆ, ਇਹ ਸਿੱਧੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ। ਔਰ ਤੁਹਾਡੀ ਗੱਲ ਬਿਲਕੁਲ ਠੀਕ ਜੀ ਜੀ ਆਪਣੀ ਗੱਲ ਪੂਰੀ ਕਰ ਲਓ। ਹਾਂ, ਤੁਹਾਡੀ ਗੱਲ ਬਿਲਕੁਲ ਠੀਕ ਹੈ। ਮੈਂ ਇਹੀ ਗੱਲ ਕਹਿ ਰਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਹੁਣਾਂ ਨੇ ਜੋ ਲਗਾਤਾਰ ਇਹਨਾਂ ਤੇ ਪ੍ਰੈਸ਼ਰ ਬਣਾਇਆ ਹੋਇਆ, ਔਰ ਇਹ ਪ੍ਰੈਸ਼ਰ ਉਹਨਾਂ ਦਾ ਤੁਹਾਨੂੰ ਜਨਤਕ ਪੱਧਰ ਤੇ ਵੀ ਦਿਸਦਾ। ਜਦੋਂ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਲੋਕਾਂ ਦੇ ਨਾਲ ਜਿਹੜੇ ਧਰਨੇ ਪ੍ਰਦਰਸ਼ਨ ਕਰ ਰਹੇ, ਉਹਨਾਂ ਨਾਲ ਤਲਖੀ ਚ ਆ ਜਾਂਦੇ ਆ, ਤੇ ਫਿਰ ਉਹਨਾਂ ਨੂੰ ਕਹਿੰਦੇ ਜਾ ਕਰਨਾ ਜੋ ਕਰ ਲਾ, ਤੇ ਅਗਲੇ ਦਿਨ ਆ ਕੇ ਇਸ ਤਰ੍ਹਾਂ ਦੀ ਸਾਨੂੰ ਕਮੇਟੀ ਬਾਰੇ ਪਤਾ ਲੱਗਦਾ। ਸੋ ਲਗਾਤਾਰ ਉਹੀ ਕੋਸ਼ਿਸ਼। ਹੁਣ ਤੁਸੀਂ ਇੱਕ ਚੀਜ਼ ਦੇਖੋ, ਲਿਫਾਫਾ ਖੋਲਣ ਨੂੰ ਕਿੰਨਾ ਟਾਈਮ ਲੱਗਦਾ? ਇੱਕ ਹੀ ਦਿਨ ਉਹਨਾਂ ਦੀ ਮੀਟਿੰਗ ਬੁਲਾਓ, ਦੇਖ ਲਓ ਕਿ ਕੀ ਉਹਦੇ ਚ ਕੀ ਇਨਸਟਰਕਸ਼ਨਸ ਆ, ਉਹਦੇ ਲਈ ਵੀ ਤੁਹਾਨੂੰ ਇੱਕ ਹਫ਼ਤੇ ਦਾ ਟਾਈਮ ਚਾਹੀਦਾ। ਇਹਨਾਂ ਨੂੰ ਲੱਗਦਾ ਕਿ ਪਬਲਿਕ ਮੈਮਰੀ ਬਹੁਤ ਸ਼ਾਰਟ ਹੁੰਦੀ ਹੈ, ਥੋੜੀ ਹੁੰਦੀ ਹੈ, ਜ਼ਿਆਦਾ ਲੰਬੀ ਨਹੀਂ ਹੁੰਦੀ। ਲੋਕੀ ਭੁੱਲ ਜਾਣਗੇ, ਫਿਰ ਹੋਰ ਕੋਈ ਅਸੀਂ ਇਸ਼ੂ ਲੈ ਆਵਾਂਗੇ, ਲੋਕੀ ਉਹਨਾਂ ਇਸ਼ੂਜ਼ 'ਚ ਉਲਝ ਜਾਣਗੇ, ਤੇ ਸ਼ਾਇਦ ਪੱਤਰਕਾਰ ਵੀ ਉਹਨਾਂ ਚੀਜ਼ਾਂ ਨੂੰ ਨਾ ਉਭਾਰ ਸਕਣ। ਮੈਨੂੰ ਲੱਗਦਾ ਐਤਕੀ ਇਹ ਗੱਲ ਹੋਣੀ ਨਹੀਂ। ਜੇ ਅਸੀਂ ਵੀ ਭੁੱਲ ਜਾਾਂਗੇ ਤਾਂ ਮੈਨੂੰ ਲੱਗਦਾ ਨਵਜੋਤ ਸਿੰਘ ਸਿੱਧੂ ਨੇ ਇਹਨਾਂ ਨੂੰ ਭੁੱਲਣ ਨਹੀਂ ਦੇਣੀ ਜੀ। ਪਰ ਮੈਂ ਮਨਪ੍ਰੀਤ ਜੀ ਇਹ ਵੀ ਪੁੱਛਦਾ ਹਾਂ ਕਿ ਠੀਕ ਹੈ, ਜਦੋਂ ਤੁਸੀਂ ਕੋਈ ਰਿਪੋਰਟ ਸਬਮਿਟ ਕਰ ਦਿੰਦੇ ਹੋ ਤੇ ਉਹਦੀ ਇੱਕ ਆਫਿਸ ਕਾਪੀ ਰੱਖੀ ਜਾਂਦੀ ਹੈ। ਮੈਂ ਦੋਸਤੋ ਬੜੇ ਜ਼ਿੰਮੇਵਾਰੀ ਨਾਲ ਕਹਿ ਰਿਹਾ ਕਿ ਸੰਵਿਧਾਨ ਦੀ ਸਹੁੰ ਖਾਧੀ ਹੁੰਦੀ ਹੈ ਅਫਸਰਾਂ ਨੇ, ਤੇ ਜਿਸ ਦਿਨ ਤੁਸੀਂ ਸਹੁੰ ਚੁੱਕ ਸਮਾਗਮ ਦੇਖਦੇ ਹੋ ਮੰਤਰੀਆਂ ਮੁੱਖ ਮੰਤਰੀਆਂ ਦਾ, ਉਹਦੇ ਵਿੱਚ ਵੀ ਕਿ ਮੈਂ ਭੇਤ ਗੁਪਤ ਰੱਖਣ ਦਾ ਪ੍ਰੋਮਿਸ ਕਰਦਾ ਜਾਂ ਜੋ ਵੀ ਹੈ। ਸੋ ਉਹ ਗੁਪਤ ਸਹੁੰਆਂ ਜਿਹੜੀਆਂ ਇਸੇ ਕਰਕੇ ਖਵਾਈਆਂ ਜਾਂਦੀਆਂ ਕਿ ਤੁਹਾਡੇ ਸਰਕਾਰੀ ਰਿਕਾਰਡ ਦੇ ਵਿੱਚ ਉਹ ਸਭ ਕੁਝ ਪਿਆ ਹੁੰਦਾ। ਮੈਂ ਭੇਤ ਰਿਵੀਲ ਨਹੀਂ ਕਰਾਂਗਾ ਇਹ ਕਿਹਾ ਜਾਂਦਾ, ਮੈਂ ਭੇਤ ਨਾਲ ਜੁੜਿਆ ਵਾਂ ਇਹ ਤਾਂ ਕਿਤੇ ਨਹੀਂ ਕਿਹਾ ਗਿਆ ਕਿ ਤੁਸੀਂ ਆਪਣੀ ਫਾਈਲ ਆਪ ਨਹੀਂ ਵੇਖ ਸਕਦੇ। ਇਸ ਕਰਕੇ ਰੰਧਾਵਾ ਸਾਹਿਬ ਨੇ ਵੀ ਸਹੁੰ ਚੁੱਕੀ, ਉਹਨਾਂ ਅਫਸਰਾਂ ਨੇ ਵੀ ਚੁੱਕੀ ਆ, ਤੇ ਉਹ ਆਪ ਅੰਦਰ ਝਾਕ ਕੇ ਕਮੇਟੀਆਂ ਬਣਾਉਣ ਦੀ ਲੋੜ ਨਹੀਂ ਹੁੰਦੀ। ਇੱਕੋ ਦਿਨ 'ਚ ਹੀ ਸਾਰਾ, ਤੁਹਾਡੀ ਗੱਲ ਠੀਕ ਹੈ, ਬਹਿ ਕੇ ਵੇਖ ਸਕਦੇ ਸੀ ਵੀ ਅੰਦਰ ਕੀ ਹੋਇਆ। ਹਾਂ, ਤੁਸੀਂ ਸਹੁੰ ਚੁੱਕੀ ਇਸ ਕਰਕੇ ਤੁਸੀਂ ਉਹਨੂੰ ਪਬਲਿਕ 'ਚ ਜਾ ਕੇ ਮੀਡੀਆ 'ਚ ਕਹਿ ਨਹੀਂ ਸਕਦੇ, ਲੇਕਿਨ ਐਕਸ਼ਨ ਲੈ ਸਕਦੇ ਹੁੰਦੇ ਹੋ। ਸਰਕਾਰ ਇਸੇ ਕਰਕੇ ਬਣਾਈ ਜਾਂਦੀ ਹੈ ਕਿ ਤੁਸੀਂ ਦੇਖੋ, ਫੈਸਲੇ ਤੁਸੀਂ ਲਓ। ਮੇਰੇ ਤੇ ਮਨਪ੍ਰੀਤ ਔਰ ਸੁਖਜਿੰਦਰ ਸਿੰਘ ਰੰਧਾਵਾ ਤੇ ਚੰਨੀ ਦੇ ਵਿੱਚ ਇਹੀ ਫਰਕ ਹੈ ਕਿ ਉਹਨਾਂ ਨੂੰ ਸੰਵਿਧਾਨ ਨੇ ਤਾਕਤ ਦਿੱਤੀ ਹੈ, ਲੋਕਾਂ ਨੇ ਤਾਕਤ ਦਿੱਤੀ ਹੈ, ਉਹ ਜੋ ਮਰਜ਼ੀ ਕਰ ਸਕਦੇ ਆ। ਉਹ ਸਾਡੀ ਵੀ ਬਾਂਹ ਮਰੋੜ ਸਕਦੇ ਆ, ਲੇਕਿਨ ਸੰਵਿਧਾਨਕ ਤੌਰ ਤਰੀਕਿਆਂ ਨਾਲ ਸਾਡੇ ਹੱਕ ਆਪਣੀ ਜਗ੍ਹਾ ਨੇ। ਪਰ ਸਭ ਤੋਂ ਵੱਡਾ ਸਵਾਲ ਆ ਕਿ ਤੁਹਾਨੂੰ ਕੋਈ ਨਹੀਂ ਰੋਕਦਾ ਅੰਦਰਲੀਆਂ ਚੀਜ਼ਾਂ ਵੇਖਣ ਤੋਂ ਤੇ ਉੱਤੇ ਐਕਸ਼ਨ ਲੈਣ ਤੋਂ। ਹਾਂ, ਤੁਸੀਂ ਅਦਾਲਤ ਦੀ ਮਰਜ਼ੀ ਦੇ ਬਿਨਾਂ ਪਬਲਿਕ ਨਾ ਕਰੋ ਉਹਨੂੰ, ਉਹ ਵੱਖਰੀ ਗੱਲ ਆ। ਪਰ ਮੈਂ ਇੱਥੇ ਇੱਕ ਹੋਰ ਸਵਾਲ ਪੁੱਛਦਾ। ਤੁਸੀਂ ਸੁਖਬੀਰ ਸਿੰਘ ਬਾਦਲ ਦੀ ਗੱਲ ਕੀਤੀ, ਗੱਲ ਲੰਬੀ ਹੋ ਗਈ, ਲੇਕਿਨ ਗੱਲ ਕੀਤੇ ਬਿਨਾਂ ਸਰਨਾ ਨਹੀਂ। ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੇ ਫਾਦਰ ਸਾਹਿਬ ਦਾ ਰਾਜ ਸੀ, ਉਸੇ ਵੇਲੇ ਹੀ ਭੋਲਾ ਨੇ ਇੱਕ ਨਾਂ ਲਿਆ। ਆਪਾਂ ਨਾਂ ਨਹੀਂ ਲੈਂਦੇ, ਸਾਰੀ ਦੁਨੀਆ ਨੂੰ ਪਤਾ ਹੈ। ਭੋਲਾ ਨੇ ਨਾਂ ਲਿਆ ਔਰ ਤੁਹਾਡੀ ਉਹ ਆਪਣੀ ਸਾਰੀ ਜਮਾਤ ਸੀ, ਹੋਰ ਵੀ ਕੁਝ ਨਾਂ ਆਏ ਸਾਹਮਣੇ, ਉਹਨਾਂ ਦੇ ਵਿੱਚ ਇੱਕ ਮੰਤਰੀ ਦੀ ਬਲੀ ਵੀ ਹੋਈ ਸੀ। ਫਿਰ ਤੁਸੀਂ ਉਹਨਾਂ ਦਿਨਾਂ 'ਚ ਜਾਂਚ ਨਿਰਪੱਖ ਕਰਾ ਕੇ ਗੱਲ ਮੁਕਾ ਲੈਂਦੇ। ਜਿੱਦਾਂ ਬੇਅਦਬੀ ਮਾਮਲਿਆਂ 'ਚ 2015 ਤੋਂ 17 ਤੱਕ ਜੇ ਤੁਸੀਂ ਇਨਸਾਫ ਕਰ ਦਿੰਦੇ, ਤੁਹਾਨੂੰ ਉਹਨਾਂ ਸਾਰੇ ਦੇ ਸਾਰੇ ਕਟਹਿਰਿਆਂ ਦੇ ਵਿੱਚੋਂ ਲੰਘਣਾ ਨਹੀਂ ਸੀ ਪੈਣਾ ਜਿਹੜੇ ਤੁਹਾਡੇ ਤੇ ਇਲਜ਼ਾਮ ਲੱਗਦੇ। ਅਸੀਂ ਨਹੀਂ ਕਹਿੰਦੇ ਕਿ ਤੁਹਾਡੇ ਤੇ ਦੋਸ਼ ਸਾਬਤ ਹੋ ਜਾਣਗੇ, ਪਰ ਦੋਸ਼ ਲੱਗਦੇ ਤਾਂ ਹੈ ਨਾ। ਤੇ ਤੀਜੀ ਗੱਲ ਕਿ ਸੁਖਬੀਰ ਸਿੰਘ ਬਾਦਲ ਉਸ ਜਮਾਤ ਦੇ ਤਰਜਮਾਨ ਨੇ ਤੇ ਉਹਦੇ ਲੀਡਰ ਨੇ, ਜਿਹੜੀ ਜਮਾਤ ਨੇ ਉਹ ਲੜਾਈਆਂ ਲੜੀਆਂ ਜਿਹੜੀਆਂ ਇਸ ਖਿੱਤੇ ਦੀਆਂ ਸੀਗੀਆਂ ਤੇ ਇਸ ਕੌਮ ਦੀਆਂ ਸੀ। ਹੁਣ ਜਦੋਂ ਇਹ ਲੜਾਈ ਦਾ ਮੈਸੇਜ ਚਲੇ ਗਿਆ ਕਿ ਉਹ ਤਾਂ ਆਪਣੇ ਆਪ ਨੂੰ ਬਚਾਉਣ ਲਈ, ਆਪਣੇ ਕਿਸੇ ਲੀਡਰ ਨੂੰ ਜਾਂ ਦੋ ਲੀਡਰਾਂ ਨੂੰ ਬਚਾਉਣ ਲਈ ਉਹ ਲੜਾਈ ਲੜ ਰਿਹਾ, ਤਾਂ ਫਿਰ ਇਹ ਵੀ ਸਵਾਲ ਉੱਠਦਾ ਪਿਆ ਕਿ ਇਹ ਮੈਸੇਜ ਕਿਉਂ ਦੇ ਰਹੇ ਹੋ? ਇਹ ਤਾਂ ਕਮਜ਼ੋਰ ਲੋਕਾਂ ਦਾ ਮੈਸੇਜ ਆ, ਡਰ ਜਾਣਾ। ਅਸੀਂ ਵੀ ਤਾਂ ਰੋਜ਼ ਪਬਲਿਕ ਡੋਮੇਨ 'ਚ ਬੋਲਦੇ ਹਾਂ, ਸਾਨੂੰ ਵੀ ਤਾਂ ਇਹਦੇ ਸਿੱਟੇ ਭੁਗਤਣ ਲਈ ਤਿਆਰ ਰਹਿਣਾ ਪੈਂਦਾ। ਸਾਰੀ ਦੁਨੀਆ ਕਰ ਰਹੀ ਹੈ, ਕਿਉਂ ਡਰਦੇ ਹੋ? ਫਿਰ ਸਵਾਲ ਤਾਂ ਇਹ ਆ, ਮੈਨੂੰ ਇਹ ਜ਼ਰੂਰ ਸਮਝਾ ਦਿਓ ਕਿ ਜਿਹੜਾ ਅਕਾਲੀ ਦਲ ਦਾ ਕੱਲ ਵਾਲਾ ਮੈਸੇਜ ਚਲੇ ਗਿਆ ਕਿ ਉਹ ਬੰਦੇ ਨੂੰ ਬਚਾਉਣ ਲਈ ਲੜ ਰਿਹਾ, ਮੁੱਦਿਆਂ ਦੀ ਲੜਾਈ ਤੋਂ ਪਾਸੇ ਹਟ ਗਿਆ, ਕੱਲ ਨੂੰ ਇਲੈਕਸ਼ਨ 'ਚ ਜਾਣ ਵੇਲੇ ਕੀ ਉਹ ਇਹਨਾਂ ਮੁੱਦਿਆਂ ਨਾਲ ਜਾਣਗੇ ਕਿ ਸਾਡੇ ਨਾਲ ਧੱਕਾ ਹੁੰਦਾ ਜੀ? ਉਹਨਾਂ ਤਾਂ ਲੋਕਾਂ ਦੇ ਧੱਕਿਆਂ ਤੋਂ ਨਿਜਾਤ ਦਿਵਾਉਣੀ, ਜਿਹੜਾ ਰੋਜ਼ ਕਹਿੰਦੇ ਆ। ਸੋ ਇਹ ਮੈਨੂੰ ਲੱਗਦਾ ਕਿ ਕਿਸੇ ਪੋਲੀਟੀਕਲ ਜਮਾਤ ਲਈ ਕੁਝ ਗਲਤ ਜੀ ਮੂਵ ਨਹੀਂ ਹੋਗੀ। ਇਹ ਦੋ ਪਹਿਲੂ ਜਿਹੜੇ ਮੈਂ ਇਕੱਠੇ ਕੀਤੇ। ਬਿਲਕੁਲ ਤੁਹਾਡੀ ਗੱਲ ਠੀਕ ਆ, ਔਰ ਇਸ ਚੀਜ਼ ਨੂੰ ਮੈਨੂੰ ਲੱਗਦਾ ਨਵਜੋਤ ਸਿੰਘ ਸਿੱਧੂ ਨੇ ਬੜਾ ਹੀ ਬਖੂਬੀ ਆਰਟੀਕੂਲੇਟ ਕੀਤਾ। ਉਹ ਕਹਿੰਦੇ ਜੇ ਕੁਝ ਕੀਤਾ ਨਹੀਂ ਤੇ ਫਿਰ ਡਰ ਕਾਹਦਾ? ਡਰਦੇ ਕਿਸ ਗੱਲ ਤੋਂ? ਮੇਰੀ ਬੱਸ ਨਹੀਂ ਚੱਲਦੀ, ਮੇਰੀ ਕੋਈ ਖੱਡ ਨਹੀਂ ਆ, ਮੇਰਾ ਕੋਈ ਮਾਫੀਆ ਨਾਲ ਸੰਬੰਧ ਨਹੀਂ ਆ, ਮੇਰੀ ਕਿਸੇ ਤਰ੍ਹਾਂ ਦੀ ਕੋਈ ਮੀਟਿੰਗ ਨਹੀਂ ਹੋਈ, ਕੋਈ ਹੈਗੀ ਹੈ ਤੇ ਮੈਨੂੰ ਗ੍ਰਿਫਤਾਰ ਕਰ ਲਓ, ਉਹ ਆਪ ਵੀ ਕਹਿੰਦੇ ਆ। ਤੇ ਇਸ ਕਰਕੇ ਜਿਹੜਾ ਤੁਸੀਂ ਕਹਿੰਦੇ ਹੋ ਜਿਹੜਾ ਇਹ ਮੈਸੇਜ ਗਿਆ, ਇਹ ਇਸੇ ਤਰ੍ਹਾਂ ਦਾ ਮੈਸੇਜ ਗਿਆ ਕਿ ਉਹ ਆਪਣੇ
ਜਿਸ ਤਰ੍ਹਾਂ ਹੁਣ ਜੇ ਆਪਾਂ ਗੱਲ ਸਪਸ਼ਟ ਵੀ ਕਰ ਲਈਏ, ਇਹਦੇ ਵਿੱਚ ਆਪਾਂ ਨੂੰ ਪਤਾ ਕਿ ਇਲਜ਼ਾਮ ਲੱਗੇ ਆ ਬਿਕਰਮ ਸਿੰਘ ਮਜੀਠੀਆ ਤੇ, ਲੇਕਿਨ ਕੋਈ ਸਾਬਤ ਨਹੀਂ ਹੋਏ। ਅਰਵਿੰਦ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ, ਉਹਨਾਂ ਤੋਂ ਮਾਫੀ ਵੀ ਮੰਗ ਚੁੱਕੇ ਆ। ਜੀ ਉਹਨਾਂ ਜੀ। ਨੇ ਹੁਣੇ ਅਦਾਲਤ ਦੇ ਵਿੱਚ ਇੱਕ ਅਰਜ਼ੀ ਵੀ ਲਾਈ ਆ। ਜਿਹੜਾ ਡਰੱਗ ਕੇਸ ਆਲਰੇਡੀ ਚੱਲ ਰਿਹਾ, 6 ਦਸੰਬਰ ਨੂੰ ਉਹਦੀ ਅਗਲੀ ਤਰੀਕ ਆ, ਉਹਦੇ ਵਿੱਚ ਅਰਜ਼ੀ ਲਾਈ ਹੈ ਕਿ ਮੈਨੂੰ ਵੀ ਧਿਰ ਬਣਾਇਆ ਜਾਵੇ, ਮੇਰੀ ਵੀ ਗੱਲ ਸੁਣੀ ਜਾਵੇ। ਸੋ ਕਹਿਣ ਦਾ ਮਤਲਬ ਆ, ਔਰ ਕੱਲ ਵੀ ਮੈਂ ਦੇਖਿਆ ਆਪਣੀ ਇੰਟਰਵਿਊ ਦੇ ਵਿੱਚ ਸੁਖਬੀਰ ਸਿੰਘ ਬਾਦਲ ਉਹਨਾਂ ਦਾ ਬਚਾਅ ਕਰਦੇ ਹੋਏ ਦਿਸੇ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਔਰ ਆਪਾਂ ਵੀ ਹਮੇਸ਼ਾ ਇਹੀ ਕਹਿੰਦੇ ਆ ਰੰਧਾਵਾ ਸਾਹਿਬ, ਜੇ ਕਿਸੇ ਤਰ੍ਹਾਂ ਦਾ ਕੋਈ ਇਲਜ਼ਾਮ ਨਹੀਂ ਹੈ ਜਾਂ ਸਿਰਫ ਦੋਸ਼ ਹੀ ਹੈ ਜਾਂ ਸਿਰਫ ਸਿਆਸਤ ਆ, ਤੇ ਫਿਰ ਇਹਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ। ਇਸੇ ਇੱਕ ਗੱਲ ਤੇ ਸਿਆਸਤ ਨਾ ਖੇਡੋ। ਲੋਕਾਂ ਦੇ ਬਹੁਤ ਸਾਰੇ ਵੱਡੇ ਮਸਲੇ ਪਏ ਨੇ, ਲੋਕਾਂ ਦੇ ਮਸਲੇ ਸੁਧਾਰੋ ਆ ਕੇ, ਉਹਨਾਂ ਨੂੰ ਜਿਹੜੀ ਬਣਦੀ ਸਹੂਲਤਾਂ ਨੇ, ਉਹਨਾਂ ਨੂੰ ਸੁਵਿਧਾਵਾਂ ਨੇ, ਉਹ ਦਿਓ। ਧਿਆਨ ਇੱਕ ਪਾਸੇ ਰੱਖੋ। ਜੇ ਆਪਸ ਦੇ ਵਿੱਚ ਉਲਝ ਕੇ ਰਹਿ ਜਾਓਗੇ ਤੇ ਇਦਾਂ ਲੱਗਦਾ ਕਿ ਠੀਕ ਆ, ਆਪਸ ਦੇ ਵਿੱਚ ਖੇਡੀ ਜਾਓ, ਜਨਤਾ ਚਾਹੇ ਜਾਵੇ ਢੱਠੇ ਖੂਹ ਚ। ਮੈਂ ਤਾਂ ਇੱਥੋਂ ਤੱਕ ਵੀ ਕਹਿਣਾ ਚਾਹੁੰਦਾ ਜੀ। ਲੇਕਿਨ ਇੱਕ ਆਖਰੀ ਗੱਲ ਇਸ ਮੁੱਦੇ ਤੇ, ਕਿ ਕੀ ਕਿਸੇ ਵਕੀਲਾਂ ਦੇ ਪੈਨਲ ਵੱਲੋਂ ਇਹ ਸੁਝਾਅ ਦਿੱਤਾ ਗਿਆ ਹੋਊਗਾ ਕਿ ਇਸ ਮੁੱਦੇ ਦਾ ਪਹਿਲਾਂ ਰਾਜਨੀਤੀਕਰਨ ਕਰ ਦਿਓ ਵੀ ਸਾਨੂੰ ਸਰਕਾਰ ਤੋਂ ਖਤਰਾ ਹੈ, ਤਾਂ ਕਿ ਤੁਸੀਂ ਆਧਾਰ ਬਣਾ ਕੇ ਮਾਣਯੋਗ ਉੱਚ ਅਦਾਲਤ ਤੋਂ ਜ਼ਮਾਨਤਾਂ ਲਈ ਚਾਰਜੋਈ ਕਰ ਸਕੋ। ਤੇ ਹੋ ਸਕਦਾ ਕਿ ਕੋਈ ਸੀਨੀਅਰ ਵਕੀਲਾਂ ਦਾ ਇੱਕ ਅੱਧਾ ਪੈਨਲ ਜ਼ਮਾਨਤ ਲਈ ਵੀ ਆਪਣੀ ਕੋਈ ਪਟੀਸ਼ਨ ਦਾਇਰ ਹੋ ਜੇ, ਅਗਾਊਂ ਜ਼ਮਾਨਤ ਜਿਹਨੂੰ ਕਹਿੰਦੇ, ਤਾਂ ਕਿ ਇਹ ਜਿਹੜੀ 1 ਮਹੀਨੇ ਦੀ ਜਾਂ 1.5 ਮਹੀਨੇ ਦੀ ਪ੍ਰਕਿਰਿਆ, ਇਹਦੇ ਚ ਘੱਟੋ ਘੱਟ ਅੰਦਰ ਜਾਣ ਦੇ ਡਰ ਤੋਂ ਬਚਿਆ ਜਾ ਸਕੇ, ਜੇ ਸਰਕਾਰ ਦੀ ਕੋਈ ਇਸ ਤਰ੍ਹਾਂ ਦੀ ਮਨਸ਼ਾ ਹੋਵੇ ਜਾਂ ਕਿਧਰੇ ਇਹ ਹੋਵੇ ਕਿ ਇਸ ਤਰ੍ਹਾਂ ਦੇ ਐਵੀਡੈਂਸ ਹੈਗੇ ਯਾਰ, ਜੇ ਅੰਦਰ ਚਲੇ ਗਏ ਤਾਂ ਜ਼ਮਾਨਤ ਨਾ ਹੋਵੇ। ਕੋਈ ਇਸ ਤਰ੍ਹਾਂ ਦੀਆਂ ਗੱਲਾਂ ਵੀ ਹੋਣਗੀਆਂ। ਬਿਲਕੁਲ। ਮੈਂ ਤੁਹਾਨੂੰ ਇੱਕ ਉਦਾਹਰਨ ਦੇਣਾ ਚਾਹੁੰਦਾ ਰੰਧਾਵਾ ਜੀ, ਥੋੜਾ ਜਿਹਾ ਸਮਾਂ ਲੱਗ ਸਕਦਾ। ਇਸ ਸਰਕਾਰ ਨੇ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਅਪਾਇੰਟ ਕੀਤੇ ਨੇ, RS ਬੈਂਸ ਸਾਹਿਬ। ਮੈਂ ਥੋੜਾ ਜਿਹਾ ਇਹ ਸਪਸ਼ਟ ਕਰਦਾ, ਜਦੋਂ ਸਪੈਸ਼ਲ ਪਬਲਿਕ ਪ੍ਰੋਸੀਕਿਊਟਰ ਅਪਾਇੰਟ ਕੀਤੇ ਜਾਂਦੇ ਨੇ, ਉਹਨਾਂ ਨੂੰ ਇੱਕ ਕੇਸ ਦੇ ਆਧਾਰ ਤੇ, ਇੱਕ FIR ਦੇ ਆਧਾਰ ਤੇ ਉਹਨਾਂ ਨੂੰ ਅਪਾਇੰਟ ਕੀਤਾ ਜਾਂਦਾ। ਉਸ ਹਿਸਾਬ ਦੇ ਨਾਲ ਉਹਨਾਂ ਦਾ ਜੋ ਵੀ ਮੁਆਵਜ਼ਾ ਹੁੰਦਾ ਉਹਨਾਂ ਨੂੰ ਦਿੱਤਾ ਜਾਂਦਾ। ਹੁਣ ਉਹ ਡਿਪਟੀ ਸੈਕਟਰੀ ਨੂੰ ਇੱਕ ਚਿੱਠੀ ਲਿਖਦੇ ਆ, ਡਿਪਟੀ ਸੈਕਟਰੀ ਹੋਮ ਨੂੰ, ਪੰਜਾਬ ਦੇ ਨੂੰ। ਉਹਦੇ ਚ ਉਹ ਲਿਖਦੇ ਆ, ਜਦੋਂ ਉਹਨਾਂ ਦੀ ਰਾਏ ਪੁੱਛਦੇ ਆ ਕਿ ਕੀ ਸਾਨੂੰ SLP ਪਾਉਣੀ ਚਾਹੀਦੀ ਹੈ, ਸਪੈਸ਼ਲ ਲੀਵ ਪਟੀਸ਼ਨ, ਉਹ ਕਹਿੰਦੇ SLP ਹਜੇ ਰਹਿਣ ਦਿਓ, ਹਜੇ ਆਪਾਂ ਨੂੰ ਰੀਕਾਲ ਪਟੀਸ਼ਨ। ਰੀਕਾਲ ਇਹ ਹੁੰਦੀ ਆ ਕਿ ਜਿਹੜੀ ਪਟੀਸ਼ਨ ਤੁਸੀਂ ਪਹਿਲਾਂ ਪਾਈ ਆ ਜਾਂ ਅਰਜ਼ੀ ਲਾਈ ਆ, ਉਹਨਾਂ ਨੂੰ ਵਾਪਸ ਬੁਲਾ ਕੇ ਉਹਦੇ ਵਿੱਚ ਕੁਝ ਸੋਧਾ ਕਰ ਸਕੋ। ਮੰਨ ਲਓ ਕੋਈ ਗ੍ਰਾਮੈਟੀਕਲ ਮਿਸਟੇਕ ਹੈ, ਕੋਈ ਸੈਂਟੈਂਸ ਦੀ ਗਲਤੀ ਹੈ, ਠੀਕ ਹੈ ਜੀ। ਉਹ ਕਹਿੰਦੇ ਨਹੀਂ, ਹਜੇ ਨਹੀਂ ਪਾਉਣੀ ਚਾਹੀਦੀ। ਦੇਖੋ, ਔਰ ਉਸੇ ਵਿੱਚ ਉਹ ਕਹਿੰਦੇ ਆ ਕਿ ਦੇਖੋ, ਹਜੇ ਤੱਕ ਜਿਹੜੀ ਪੁਰਾਣੀ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਸਰਕਾਰ ਸੀ, ਜਦੋਂ ਉਹ ਮੁੱਖ ਮੰਤਰੀ ਸੀ, ਉਹਨਾਂ ਦਾ ਤਾਂ ਅਸੀਂ ਇਹ ਪਲੀ ਲਵਾਂਗੇ ਕਿ ਉਹਨਾਂ ਦਾ ਤਾਂ ਵੈਂਡੇਟਾ ਸੀ। ਦੇਖੋ, ਆਪ ਹੀ ਜਿਹੜੇ ਆ ਉਹਨਾਂ ਦੇ ਪਬਲਿਕ ਪ੍ਰੋਸੀਕਿਊਟਰ, ਉਹ ਮੰਨ ਰਿਹਾ, ਕਹਿੰਦੇ ਉਹਨਾਂ ਦਾ ਤਾਂ ਵੈਂਡੇਟਾ ਸੀ, ਤੇ ਇਸੇ ਕਰਕੇ ਸੁਮੇਧ ਸਿੰਘ ਸੈਣੀ ਦੇ ਖਿਲਾਫ ਜੋ ਉਹ ਪਲੀ ਲੈਂਦੇ ਆ, ਉਹ ਠੀਕ ਹੋ ਸਕਦੀ ਆ। ਲੇਕਿਨ ਨਾਲ ਦੀ ਨਾਲ ਜੇ ਤੁਸੀਂ ਕਹੋ, ਕਹਿੰਦੇ ਹੁਣ ਆਪਾਂ ਕਹਿ ਸਕਦੇ ਆ ਕਿ ਚਰਨਜੀਤ ਸਿੰਘ ਚੰਨੀ ਆ ਗਏ ਆ, ਜਿਹੜੇ ਦਿਲਾਂ ਦੇ ਵਿੱਚ ਪਰਿਵਰਤਨ ਆ ਗਿਆ, ਹੁਣ ਅਸੀਂ ਉਹ ਵੈਂਡੇਟਾ ਨਹੀਂ ਲੈ ਰਹੇ, ਆਪਾਂ ਇਹ ਪਲੀ ਪਾਉਨੇ ਆ। ਉਹ ਆਪਣੀ ਚਿੱਠੀ 'ਚ ਲਿਖਦੇ ਆ, ਕਹਿੰਦੇ ਹੋ ਸਕਦਾ ਆਪਣੀ ਉਹ ਪਲੀ ਰਿਜੈਕਟ ਹੋ ਜਾਏ, ਤੇ ਫਿਰ ਸਾਨੂੰ ਇੱਕ ਮੌਕਾ ਮਿਲ ਜਾਊਗਾ ਸੁਪਰੀਮ ਕੋਰਟ 'ਚ ਜਾਣ ਦਾ, ਅਸੀਂ ਉੱਥੇ SLP ਪਾਵਾਂਗੇ। ਬੜੀ ਹੈਰਾਨੀ ਦੀ ਗੱਲ ਆ ਕਿ ਫਿਰ ਉਹਦੇ ਵਿੱਚ ਡਿਲੇ ਹੋ ਰਿਹਾ, ਕਿਉਂਕਿ RS ਬੈਂਸ ਸਾਹਿਬ ਬੜੇ ਸਿਆਣੇ ਵਕੀਲ ਨੇ, ਔਰ ਉਹਨਾਂ ਦੀ ਬੜੀ ਸਾਰਿਆਂ ਦੇ ਵਿੱਚ ਬੜੀ ਬਹੁਤ ਮਾਨਤਾ, ਰੈਪੂਟੇਸ਼ਨ ਆ। ਲੇਕਿਨ ਨਾਲ ਦੀ ਨਾਲ ਇਹੋ ਜਿਹੀਆਂ ਸਲਾਹਾਂ ਦੇਣੀਆਂ ਆਪਣੇ ਆਪ ਦੇ ਵਿੱਚ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਕਰਦਾ। ਜੀ ਰੰਧਾਵਾ ਜੀ, ਕੁਝ ਕਾਨੂੰਨੀ ਨੁਕਤੇ ਹੋ ਸਕਦੇ ਇਹਦੇ ਚ, ਪਰ ਉਪਰੀ ਨਜ਼ਰੇ ਵੇਖਿਆ ਤੇ ਐਵੇਂ ਹੀ ਲੱਗ ਰਿਹਾ ਜਿਵੇਂ ਤੁਸੀਂ ਕਹਿ ਰਹੇ ਹੋ। ਪਰ ਇਹਦੇ ਚ ਜੇਕਰ ਹੁਣ ਆਪਾਂ ਇੱਕ ਪਹਿਲੂ ਸਰਕਾਰ ਵਾਲਾ, ਕਿਉਂਕਿ ਸਰਕਾਰ ਤਾਂ ਮੁੱਖ ਮੰਤਰੀ ਹੁੰਦੇ ਆ ਸੂਬਿਆਂ ਚ ਮੰਤਰੀਆਂ ਦੀ ਕਾਹਦੀ ਵਕਤ ਪਿਛਲੇ ਸਮੇਂ ਚ ਅਸੀਂ ਦੇਖਿਆ, ਕੈਪਟਨ ਅਮਰਿੰਦਰ ਸਿੰਘ ਦੇ ਹੁੰਦਿਆਂ ਮੰਤਰੀ ਵੀ ਤਾਂ ਮਿਲਣ ਮੁਲਣ ਨੂੰ ਤਰਸਦੇ ਰਹੇ, ਪ੍ਰਧਾਨ ਸਾਹਿਬ ਜਾਖੜ ਸਾਹਿਬ ਵੀ ਰਾਹ ਚੋਂ ਮੁੜ ਆਉਂਦੇ ਰਹੇ। ਕੈਪਟਨ ਸਾਹਿਬ ਤੇ ਆਪਣੇ ਤੌਰ ਤਰੀਕੇ ਸੀ, ਤਾਂ ਹੀ ਉਹ ਹੁਣ ਕਹਿੰਦੇ ਪੌੜੀਆਂ ਚੜ੍ਹ ਕੇ ਉੱਪਰ ਜਾਣਾ ਪਿਆ। ਪੌੜੀਆਂ ਵੀ ਕਹਿੰਦੇ 22-23 ਚੜ੍ਹ ਗਏ, ਕਿਸੇ ਸਮੇਂ ਤਾਂ ਸਟੇਜ ਤੇ ਚੜ੍ਹਨਾ ਔਖਾ ਹੋ ਜਾਂਦਾ ਸੀ। ਖੈਰ, ਕੈਪਟਨ ਸਾਹਿਬ ਨੇ ਕੋਈ ਦਵਾਈ ਚੰਗੀ ਖਾਦੀ ਲੱਗਦੀ, ਖਾਣੀ ਚਾਹੀਦੀ ਆ, ਲੜਾਈ ਤਗੜੀ ਆ। ਪਰ ਮੁੱਖ ਮੰਤਰੀ ਕਿਉਂ ਕਹੀ ਜਾਂਦੇ ਯਾਰ ਮੈਂ ਕਮਜ਼ੋਰ ਨਹੀਂ, ਮੈਂ ਕਮਜ਼ੋਰ ਮੁੱਖ ਮੰਤਰੀ ਨਹੀਂ? ਉਹ ਬਈ ਕੌਣ ਪੁੱਛ ਰਿਹਾ, ਕਿਹਨੂੰ ਸੁਣਾ ਰਹੇ ਹੋ? ਵਿਰੋਧੀਆਂ ਨੂੰ? ਵਿਰੋਧੀ ਤਾਂ ਅੱਗੇ ਕਹਿੰਦੇ ਸਾਡੀ ਤਾਂ ਬਾਹ ਮਰੋੜਤੀ, ਅਸੀਂ ਤਾਂ, ਸਾਨੂੰ ਤਾਂ ਤੁਸੀਂ ਅੰਦਰ ਦੇ ਦੇਣਾ ਜੀ। ਉਹ ਤਾਂ ਕਹਿ ਰਹੇ ਵੀ ਇਹ ਤਕੜੇ ਬੜੇ, ਇਹਨਾਂ ਸਾਨੂੰ ਅੰਦਰ ਦੇ ਦੇਣਾ, ਤਾਂ ਉਹ ਤਾਂ ਕਮਜ਼ੋਰ ਨਹੀਂ ਕਹਿ ਰਹੇ। ਕਮਜ਼ੋਰ ਕੌਣ ਕਹਿ ਰਿਹਾ? ਕੀ ਨਵਜੋਤ ਸਿੰਘ ਸਿੱਧੂ ਤੇ ਨਿਸ਼ਾਨਾ ਹੈ? ਕੀ ਘਰੇ ਦੀ ਲੜਾਈ ਨੂੰ ਨਿਪਟਣ ਦਾ ਮਾਮਲਾ ਹੈ? ਕਿ ਇਹ ਮੈਂ ਹੀ ਚਿਹਰਾ ਹਾਂ, ਮੈਂ ਹੀ ਬਿਹਤਰ ਹਾਂ, ਇਹ ਲੜਾਈ ਆ? ਮੈਨੂੰ ਜ਼ਰੂਰ ਸਮਝਾਇਓ। ਮੁੱਖ ਮੰਤਰੀ ਸਾਹਿਬ ਸਫਾਈਆਂ ਕਿਉਂ ਦਿੰਦੇ ਫਿਰਦੇ ਯਾਰ? ਸਾਡੇ ਸੂਬੇ ਦਾ ਮੁੱਖ ਮੰਤਰੀ ਹੋਵੇ, ਇਹੋ ਜਿਹੀਆਂ ਗੱਲਾਂ ਕਰਦੇ ਚੰਗੇ ਨਹੀਂ ਲੱਗਦੇ। ਕੀ ਕਹਿੰਦੇ ਹੋ? ਦੇਖੋ, ਵਿਰੋਧੀਆਂ ਦਾ ਵੀ ਜਵਾਬ ਆ। ਅਰਵਿੰਦ ਕੇਜਰੀਵਾਲ ਹੁਣ, ਸੁਖਬੀਰ ਸਿੰਘ ਬਾਦਲ ਹੁਣ, ਬਿਕਰਮ ਸਿੰਘ ਮਜੀਠੀਆ ਹੁਣ ਲਗਾਤਾਰ ਇਹਨਾਂ ਤੇ ਹਮਲੇ ਕਰ ਰਹੇ ਆ ਕਿ ਇਹ ਕਮਜ਼ੋਰ ਮੁੱਖ ਮੰਤਰੀ ਆ। ਵੈਸੇ ਉਹਨਾਂ ਦਾ ਬੜਾ, ਦੇਖੋ ਕਿਸ ਤਰ੍ਹਾਂ ਸਰਕਾਰ ਨੂੰ ਘੇਰਨਾ,
ਕਿਉਂਕਿ ਏਜੀ ਬਦਲਤਾ। ਕਹਿੰਦੇ ਜੀ ਤੁਸੀਂ ਏਜੀ ਬਦਲਣ ਦੇਤਾ, ਆਪਣਾ ਹੀ ਏਜੀ ਇਹਨਾਂ ਦਾ ਜਿਹੜਾ ਸੁਮੇਧ ਸਿੰਘ ਸੈਣੀ। ਪਹਿਲੀ ਗੱਲ ਤਾਂ ਦੇਖੋ, ਤੁਸੀਂ ਕਈ ਵਾਰੀ ਇਹ ਸ਼੍ਰੋਮਣੀ ਅਕਾਲੀ ਦਲ ਵਾਲੇ ਪੁੱਛਦੇ ਆ ਅਸੀਂ ਗਲਤ ਕੀ ਕੀਤਾ, ਬਾਕੀ ਸਾਰੇ ਮਸਲੇ ਛੱਡ ਦਿਓ। ਤੁਸੀਂ ਹਾਂ। ਸੁਮੇਧ ਸਿੰਘ ਸੈਣੀ ਦੀ ਜਦੋਂ ਬਤੌਰ ਡੀਜੀਪੀ ਅਪਾਇੰਟਮੈਂਟ ਕਰਦੇ ਹੋ, ਔਰ ਤੁਹਾਨੂੰ ਪਤਾ ਕਿ ਸਿੱਖ ਭਾਈਚਾਰੇ ਦੇ ਵਿੱਚ ਬਹੁਤ ਵੱਡਾ ਇੱਕ ਹਿੱਸਾ ਜਿਹੜੇ ਕਈ ਤਰ੍ਹਾਂ ਦੇ ਉਹਨਾਂ ਤੇ ਦੋਸ਼ ਲਾਉਂਦੇ ਆ, ਉਹਨਾਂ ਦੇ ਪੁਰਾਣੇ ਕੇਸ, ਉਸ ਦੇ ਬਾਵਜੂਦ ਵੀ ਤੁਸੀਂ ਉਹਨਾਂ ਨੂੰ ਹਰ ਹੱਦ ਦੇ ਵਿੱਚ ਜਾ ਕੇ ਡਿਫੈਂਡ ਕਰਦੇ ਹੋ। ਹੁਣ ਆ ਗਈ ਚੰਨੀ ਸਾਹਿਬ ਹੋਣਾ ਦੀ ਗੱਲ। ਚੰਨੀ ਸਾਹਿਬ ਆਪਣੀ ਪਾਰਟੀ ਨੂੰ ਵੀ ਜਵਾਬ ਦੇ ਰਹੇ ਆ, ਜਿਹੜੇ ਉਹਨਾਂ ਤੇ ਲਗਾਤਾਰ ਹਮਲੇ ਕਰ ਰਹੇ ਆ ਕਿ ਤੁਹਾਡਾ ਤਾਂ ਜੀ ਰੇਤਾ ਸਸਤਾ ਨਹੀਂ ਹੋਇਆ, ਤੁਹਾਡੇ ਤਾਂ ਜਿਹੜੇ ਵੀ ਕੋਈ ਫਰਮਾਨ ਤੁਸੀਂ ਜਾਰੀ ਕਰਦੇ ਹੋ, ਆਰਡਰ ਜਾਰੀ ਕਰਦੇ ਹੋ, ਉਹ ਥੱਲੇ ਤੱਕ ਲਾਗੂ ਨਹੀਂ ਹੁੰਦੇ। ਸੋ ਇਹਦੇ ਵਿੱਚ ਬਿਲਕੁਲ ਤੁਹਾਡੀ ਗੱਲ 100% ਇਹ ਠੀਕ ਆ ਕਿ ਵਿਰੋਧੀਆਂ ਨੂੰ ਵੀ ਜਵਾਬ ਦੇ ਰਿਹਾ ਤੇ ਆਪਣੀ ਪਾਰਟੀ ਨੂੰ ਵੀ ਜਵਾਬ ਦੇ ਰਿਹਾ, ਤੇ ਇਹ ਵੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਕਿ ਕੋਈ ਗੱਲ ਨਹੀਂ, ਮੈਨੂੰ ਸਮਾਂ ਦਿਓ, ਮੈਂ ਹੋਰ ਤੁਹਾਨੂੰ ਸਖਤ ਜਿਹੜੇ ਆਪਣੇ ਆਰਡਰ ਲਾਗੂ ਕਰਕੇ ਦਿਖਾਊਂਗਾ, ਮੈਨੂੰ ਇੰਨਾ ਕਮਜ਼ੋਰ ਨਾ ਸਮਝੋ। ਸੋ ਇਸ ਕਰਕੇ ਜਿਹੜੇ ਇਹਨਾਂ ਤੇ ਦੋਸ਼ ਲੱਗਦੇ ਕਿ ਇਹਨਾਂ ਦੀ ਜਦੋਂ ਮਰਜ਼ੀ ਬਾਂਹ ਮਰੋੜ ਲਓ, ਇਹਨਾਂ ਨੇ ਉਸ ਗੱਲ ਦਾ ਜਵਾਬ ਦਿੱਤਾ ਜੀ। ਪਰ ਮੈਂ ਤਾਂ ਇਹ ਵੀ ਪੁੱਛਦਾ ਕਿ ਜੇ ਆਪਣੇ ਆਪ ਨੂੰ ਮਜ਼ਬੂਤ ਮੁੱਖ ਮੰਤਰੀ ਸਾਬਤ ਕਰਨਾ ਸੀ, ਇੱਕ ਬੜਾ ਅਹਿਮ ਮੌਕਾ ਸੀ ਜਿਹੜਾ ਗਵਾਇਆ ਮੁੱਖ ਮੰਤਰੀ ਸਾਹਿਬ ਨੇ। ਜੀ ਮੁੱਖ ਬਿਲਕੁਲ ਮੰਤਰੀ ਠੀਕ ਸਾਹਿਬ ਹੈ। ਪਟਿਆਲੇ ਯੂਨੀਵਰਸਿਟੀ ਦੀ ਸਟੇਜ ਤੇ ਸੀ, ਮਦਨ ਲਾਲ ਜਲਾਲਪੁਰ ਕਦੇ ਐਨੂੰ ਜਾਂਦੇ ਕਦੇ ਐਨੂੰ ਜਾਂਦੇ, ਜਿੱਦਾਂ ਗਲੀ ਦੇ ਵਿੱਚ ਲੰਡੇ ਹੁੰਦੇ ਆ। ਉਦੋਂ ਤੁਸੀਂ ਭਾਵੇਂ ਉਹ ਸੱਚ ਹੀ ਬੋਲਦੇ ਸੀਗੇ, ਤੁਹਾਡੇ ਸਾਹਮਣੇ ਸੂਬੇ ਦੇ ਮੁੱਖ ਮੰਤਰੀ ਦੇ ਸਾਹਮਣੇ ਉੱਥੇ ਪ੍ਰੋਫੈਸਰ ਬੈਠੇ ਸੀ, ਯੂਨੀਵਰਸਿਟੀ ਦਾ ਮਾਹੌਲ ਆ, ਯੂਨੀਵਰਸਿਟੀਆਂ ਦੇ ਮਾਹੌਲ ਚੰਗੇ ਹੀ ਹੁੰਦੇ ਆ, ਪੜ੍ਹਨ ਲਿਖਣ ਦੇ ਲਖਾਇਕ ਹੁੰਦੇ ਆ। ਤੁਸੀਂ ਉਹਨੂੰ ਕਹਿੰਦੇ ਵੀ ਆਪਣੀ ਸਿਕਿਉਰਿਟੀ ਨੂੰ ਇਹ ਬੰਦੇ ਨੂੰ ਫੜ ਕੇ ਬਾਹਰ ਕੱਢੋ, ਬਾਅਦ ਚ ਪਤਾ ਲੱਗਦਾ ਐਮਐਲਏ ਜਾਂ ਜੋ ਮਰਜ਼ੀ ਸੀ, ਬਾਅਦ ਚ ਗੱਡੀ ਚ ਬਿਠਾ ਕੇ ਪਿਆਰ ਕਰ ਲੈਂਦੇ ਹੋ। ਇਹਨੂੰ ਕਹਿੰਦੇ ਹੁੰਦੇ ਆ ਮਜ਼ਬੂਤੀ ਦਿਖਾਉਣੀ। ਹੁਣ ਤੁਹਾਡੇ ਵਾਈਸ ਚਾਂਸਲਰ ਨੇ ਉਹਨੂੰ ਜਦੋਂ ਨੋਟਿਸ ਭੇਜਤਾ, ਤੁਹਾਡੇ ਸਿਟਿੰਗ ਐਮਐਲਏ ਨੂੰ, ਤੁਹਾਡੇ ਨਾਲੋਂ ਮਜ਼ਬੂਤ ਤੇ ਤੁਹਾਡਾ ਵਾਈਸ ਚਾਂਸਲਰ ਲੱਗੀ ਜਾਂਦਾ। ਅਸੀਂ ਪੈਰਵਾਈ ਨਹੀਂ ਕਰਦੇ, ਐਡਵੋਕੇਸੀ ਨਹੀਂ ਕਰਦੇ ਕਿਸੇ ਵਾਈਸ ਚਾਂਸਲਰ ਦੀ, ਸਾਨੂੰ ਨਹੀਂ ਪਤਾ ਉਹਦਾ ਕਿਹੋ ਜਿਹਾ ਪਿਛੋਕੜ ਆ, ਉਹ ਕਿੱਥੇ ਕਿੱਥੇ ਜੁੜੇ ਨੇ। ਉਹ ਉਹਨਾਂ ਨੂੰ ਮੁਬਾਰਕ ਹੈ, ਪੱਤਰਕਾਰ ਖੋਜੀ, ਪੱਤਰਕਾਰ ਲੱਭਣੇ, ਸਾਰੀਆਂ ਗੱਲਾਂ ਕਿ ਇਲਜ਼ਾਮ ਠੀਕ ਨੇ ਕਿ ਨਹੀਂ ਠੀਕ, ਲੇਕਿਨ ਬੰਦੇ ਨੇ ਦਮ ਤੇ ਦਿਖਾਇਆ। ਮਦਨ ਲਾਲ ਜਲਾਲਪੁਰ ਨੂੰ ਭੇਜਤਾ ਨੋਟਿਸ 20 ਕਰੋੜ ਦਾ, ਮਾਫੀ ਮੰਗ ਜਨਤਕ, ਨਹੀਂ ਤਾਂ ਕੋਰਟ ਚ ਘੜੀਸੂੰਗਾ। ਬਣਦਾ ਤਾਂ ਹੈ ਨਾ, ਮੁੱਖ ਮੰਤਰੀ ਸਾਹਿਬ ਨੂੰ ਚਾਹੀਦਾ ਸੀ ਉਦੋਂ ਮੌਕੇ ਤੇ ਕਾਰਵਾਈ ਕਰਦੇ, ਲੋਕਾਂ ਕਹਿਣਾ ਸੀ ਆਹ ਹੋਈ ਨਾ ਗੱਲ, ਬਾਅਦ ਚ ਭਾਵੇਂ ਕਹਿ ਦਿੰਦੇ ਮੈਂ ਜਾਂਚ ਕਰਾਉਂਗਾ। ਦੋਵਾਂ ਦੇ ਲਾਏ ਦੋਸ਼ਾਂ ਦੀ ਕੀ ਕਹਿੰਦੇ? ਬਿਲਕੁਲ ਤੁਹਾਡੀ ਗੱਲ ਠੀਕ ਹੈ। ਦੇਖੋ, ਮਦਨ ਲਾਲ ਜਲਾਲਪੁਰ ਹੋਣਾ ਤੇ ਆਪਣੇ ਆਪ ਤੇ ਵੀ ਦੋਸ਼ ਲੱਗਦੇ ਰਹੇ ਆ, ਔਰ ਜਿਹੜਾ ਉਹਨਾਂ ਨੇ ਇੱਕ ਤਰ੍ਹਾਂ ਦਾ ਇਲਜ਼ਾਮ ਜਾਂ ਇੱਕ ਤਰ੍ਹਾਂ ਦਾ ਉਹਨਾਂ ਨੇ ਇਸ਼ਾਰਾ ਕਰਕੇ ਗੱਲ ਕੀਤੀ ਕਿ ਪ੍ਰੋਫੈਸਰ ਅਰਵਿੰਦ ਜਿਹੜੇ ਵਾਈਸ ਚਾਂਸਲਰ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ, ਇਹ ਤਾਂ ਆਰਐਸਐਸ ਦੇ ਬੰਦੇ ਆ। ਦੇਖੋ, ਆਰਐਸਐਸ ਕੋਈ ਬੈਂਡ ਆਊਟਫਿਟ ਨਹੀਂ ਹੈ, ਆਰਗੇਨਾਈਜੇਸ਼ਨ ਨਹੀਂ ਹੈ, ਇੱਥੋਂ ਦੀ ਸੰਸਥਾ, ਉਹ ਕੋਈ ਇਸ ਤਰ੍ਹਾਂ ਦੀ ਨਹੀਂ ਹੈ। ਠੀਕ ਹੈ, ਮਤਭੇਦ ਤੁਹਾਡੇ ਸਿਆਸੀ ਤੌਰ ਤੇ ਹੋ ਸਕਦੇ ਨੇ, ਕਿਸੇ ਤਰ੍ਹਾਂ ਦਾ ਵੀ ਮਤਭੇਦ ਕਿਸੇ ਵੀ ਆਰਗੇਨਾਈਜੇਸ਼ਨ ਨਾਲ ਹੋ ਸਕਦੇ ਨੇ, ਲੇਕਿਨ ਇਹ ਕਹਿ ਦੇਣਾ ਕਿ ਇਹ ਤਾਂ ਆਰਐਸਐਸ ਦਾ ਬੰਦਾ ਤੇ ਇਸ ਕਰਕੇ ਮੈਂ ਇਹਦੇ ਨਾਲ ਬਹਿਣਾ ਨਹੀਂ, ਆਪਣੇ ਆਪ ਦੇ ਵਿੱਚ ਇਹ ਇੱਕ ਤੁਹਾਡਾ ਸੱਭਿਆ ਵਾਲਾ ਸੱਭਿਅਤ ਜਿਹੜੀ ਸਿਵਲ ਸੁਸਾਇਟੀ ਦੀ ਇੱਕ ਕਲਚਰ ਹੁੰਦੀ ਆ, ਉਸ ਤਰ੍ਹਾਂ ਦਾ ਤੁਹਾਡਾ ਬਿਹੇਵੀਅਰ ਉੱਥੇ ਨਹੀਂ ਸੀ। ਔਰ ਮੁੱਖ ਮੰਤਰੀ ਨੂੰ ਮੈਨੂੰ ਲੱਗਦਾ ਮੌਕੇ ਤੇ ਹੀ ਉਹਨਾਂ ਨੂੰ ਦੱਸ ਦੇਣਾ ਚਾਹੀਦਾ ਸੀ, ਉਹਨਾਂ ਨੂੰ ਦੱਸਣਾ ਚਾਹੀਦਾ ਸੀ ਕਿ ਤੁਹਾਡਾ ਬਤੌਰ ਐਮਐਲਏ ਵੀ ਇਹ ਜਿਹੜਾ ਵਿਹਾਰ ਆ, ਉਹ ਬਿਲਕੁਲ ਜਿਹੜਾ ਤੁਹਾਡਾ ਵਤੀਰਾ, ਉਹ ਬਿਲਕੁਲ ਮਾੜਾ। ਕਿਸੇ ਵੀ ਪਬਲਿਕ ਰਿਪਰੈਜ਼ੈਂਟੇਟਿਵ ਨੂੰ, ਜਨਤਕ ਲੀਡਰ ਨੂੰ ਇਸ ਤਰ੍ਹਾਂ ਦਾ ਵਿਹਾਰ ਕਰਨਾ ਮਾੜੀ ਗੱਲ ਆ। ਇਹ ਅੱਗੇ ਲੋਕਾਂ ਨੂੰ ਕੀ ਸੇਧ ਦੇਣਗੇ, ਜਿਨ੍ਹਾਂ ਦੀ ਇਹ ਨੁਮਾਇੰਦਗੀ ਕਰਦੇ ਆ ਘਨੌਰ ਵਾਲੇ ਲੋਕਾਂ ਦੀ, ਕਿ ਉਹਨਾਂ ਨੂੰ ਇਹ ਇਸ ਤਰ੍ਹਾਂ ਦੀ ਉਦਾਹਰਨ ਪੇਸ਼ ਕਰਨਾ ਚਾਹੁੰਦੇ ਆ। ਸੋ ਜਿੰਨੇ ਮਰਜ਼ੀ ਮਤਭੇਦ ਹੋਣ, ਜਦੋਂ ਤੁਹਾਡਾ ਜਨਤਕ ਪ੍ਰੋਗਰਾਮ ਆ, ਮੁੱਖ ਮੰਤਰੀ ਉੱਥੇ ਬੈਠੇ ਹੋਏ ਆ, ਫਾਈਨਾਂਸ ਮਿਨਿਸਟਰ ਬੈਠੇ ਆ, ਇਸ ਤਰ੍ਹਾਂ ਦਾ ਵਤੀਰਾ ਠੀਕ ਨਹੀਂ ਸੀ। ਬਿਲਕੁਲ ਠੀਕ ਕੀਤਾ ਪ੍ਰੋਫੈਸਰ ਅਰਵਿੰਦ ਹੋਣਾ ਨੇ ਇਹਨਾਂ ਨੂੰ ਨੋਟਿਸ ਜਾਰੀ ਕਰਕੇ 15 ਦਿਨਾਂ ਦੇ ਅੰਦਰ ਅੰਦਰ ਇਹ ਮਾਫੀ ਮੰਗਣ ਤੇ 20 ਕਰੋੜ ਦਾ ਨਹੀਂ ਤਾਂ ਮਾਨਹਾਨੀ ਦਾ ਮੁਕੱਦਮਾ ਇਹਨਾਂ ਤੇ ਕਰਨਗੇ। ਔਰ ਪਤਾ ਲੱਗਣਾ ਚਾਹੀਦਾ ਇਹਨਾਂ ਵਿਧਾਇਕਾਂ ਨੂੰ ਵੀ, ਇਹਨਾਂ ਚੁਣੇ ਹੋਏ ਨੁਮਾਇੰਦਿਆਂ ਨੂੰ, ਕਿ ਪਬਲਿਕ ਦੇ ਵਿੱਚ ਜਾ ਕੇ ਇਹਨਾਂ ਨੇ ਕਿਸ ਤਰ੍ਹਾਂ ਦਾ ਵਿਹਾਰ ਕਰਨਾ। ਇਹ ਨਹੀਂ ਹੈ ਕਿ ਜਦੋਂ ਮਰਜ਼ੀ ਤੁਸੀਂ ਤੁਹਮਤਾਂ ਲਾ ਦਿਓ, ਕਿਸੇ ਤੇ ਵੀ ਤੁਸੀਂ ਉਂਗਲਾਂ ਚੱਕ ਦਿਓ ਜੀ। ਨਹੀਂ, ਵੈਸੇ ਤਾਂ ਦੇਖੋ, ਆਪਾਂ ਜਿਸ ਸੁਸਾਇਟੀ 'ਚ ਜੀਨੇ ਆ, ਸਾਨੂੰ ਆਦਤ ਪੈ ਗਈ ਆ ਜੁੱਤੀਆਂ ਖਾਣ ਦੀ। ਮੈਂ ਮਾਫੀ ਮੰਗ ਕੇ ਕਹਿਣਾ ਹੈ, ਉਹ ਜਿਹੜਾ ਮਰਜ਼ੀ ਸਾਨੂੰ ਜਿੱਦਾਂ ਮਰਜ਼ੀ ਤੋਰੀ ਫਿਰਦਾ ਹੈ, ਲੇਕਿਨ ਜਿਹੜੇ ਜਿਨ੍ਹਾਂ ਕੋਲ ਤਾਕਤ ਹੋਵੇ ਉਹਨਾਂ ਦੀ ਜ਼ਿੰਮੇਵਾਰੀ ਵੱਧ ਜਾਂਦੀ ਹੈ। ਉਹਨਾਂ ਦੀ ਭਾਸ਼ਾ ਤੇ ਅੱਛੀ ਜਿਹੜੀ ਡਿਸਪਲਿਨ ਹੋਣੀ ਚਾਹੀਦੀ ਹੈ। ਕਿਸੇ ਨੂੰ ਗਾਲ ਕੱਢਣ ਲੱਗਿਆ, ਕਿਸੇ ਨੂੰ ਮੰਦਾ ਬੋਲਣ ਲੱਗਿਆ, ਮੈਂ ਤੈਨੂੰ ਠੋਕ ਦੂੰ, ਮੈਂ ਇਹ ਕਰ ਦੂੰ, ਤੁਹਾਨੂੰ ਇਸ ਕਰਕੇ ਨਹੀਂ ਐਮਐਲਏ ਚੁਣਿਆ ਜਾਂਦਾ, ਜਾਂ ਫਿਰ ਤੁਸੀਂ ਵੋਟਾਂ ਲੈਣ ਲੱਗੇ ਤਰਲੇ ਨਾ ਮਾਰੋ। ਪੰਜਾਬ ਦੀ ਕਈ ਜਗ੍ਹਾ ਤੇ ਵਿਧਾਇਕਾਂ ਦੀਆਂ, ਸਾਰੀਆਂ ਪਾਰਟੀਆਂ ਦੇ ਵਿਧਾਇਕਾਂ ਦੀਆਂ ਇਹੋ ਜਿਹੀਆਂ ਗਲਤੀਆਂ ਸਾਹਮਣੇ ਆਉਂਦੀਆਂ ਰਹਿੰਦੀਆਂ। ਪਾਵਰ 'ਚ, ਸੱਤਾ ਦੇ ਨਸ਼ੇ 'ਚ ਚੂਰ, ਉਹ ਕਿਸੇ ਨੂੰ ਕੁਝ ਵੀ ਬੋਲਦੇ ਆ। ਕਈ ਆਡੀਓ ਲੀਕ ਹੁੰਦੀਆਂ, ਕਈ ਕੁਝ ਹੁੰਦਾ ਹੈ, ਲੇਕਿਨ ਜੋ ਨਹੀਂ ਲੀਕ ਹੁੰਦਾ ਉਹ ਤੋਂ ਵੀ ਭਿਆਨਕ ਆ ਕਿ 100 ਬੰਦਾ ਆਪਣੇ ਲਾਨ 'ਚ ਖਿਲਾਰ ਕੇ ਤੁਸੀਂ ਕਿਸੇ ਅਫਸਰ ਦੀ ਜਹੀ ਤੇ ਹੀ ਫੇਰਦੇ ਹੁੰਦੇ, ਉਹ ਵੀ ਚੰਗਾ ਨਹੀਂ। ਅਫਸਰਾਂ ਨੂੰ ਅਸੀਂ ਡਿਫੈਂਡ ਨਹੀਂ ਕਰਦੇ, ਸਾਰੇ ਚੰਗੇ ਨਹੀਂ, ਉਹਨਾਂ ਨੇ ਵੀ ਬਹੁਤ ਕੁਝ ਲੁੱਟਿਆ ਘਸੁੱਟਿਆ। ਪਰ ਮੈਂ ਆਖਰ ਦੇ ਵਿੱਚ ਹੁਣ ਬਹੁਤ ਸੰਜੀਦਾ ਮਾਮਲੇ ਤੇ ਆ ਰਿਹਾ। ਦੇਸ਼ ਦੇ ਰਾਸ਼ਟਰਪਤੀ ਦੇਸ਼ ਦੇ ਸਭ ਤੋਂ ਸੁਪਰੀਮ ਹੁੰਦੇ ਆ, ਉਹ ਕਿਸੇ ਨੂੰ ਵੀ ਕੁਝ ਵੀ ਕਹਿ ਸਕਦੇ ਆ।
ਸਭ ਤੋਂ ਜ਼ਿਆਦਾ ਸੰਵਿਧਾਨਕ ਹੱਕ ਰਾਸ਼ਟਰਪਤੀ ਕੋਲ ਹੁੰਦੇ ਆ, ਔਰ ਸਭ ਤੋਂ ਜ਼ਿਆਦਾ ਸਾਡੇ ਰਾਸ਼ਟਰਪਤੀ ਕਮਜ਼ੋਰ ਵੀ ਨਜ਼ਰ ਆਉਂਦੇ ਆ। ਮੈਂ ਮਾਫੀ ਮੰਗ ਕੇ ਕਹਿਣਾ, ਲੇਕਿਨ ਜਦੋਂ ਅਦਾਲਤਾਂ ਨੂੰ ਰਾਸ਼ਟਰਪਤੀ ਕਹਿ ਰਹੇ ਨੇ ਕਿ ਤੁਸੀਂ ਸੰਜਮ ਤੋਂ ਕੰਮ ਲਓ, ਇਹੀ ਕਿਹਾ ਨਾ ਉਹਨਾਂ, ਸਿਆਣਪ ਤੋਂ। ਜੱਜ ਆਪਣੀ ਗੱਲ ਕਹਿਣ ਸਮੇਂ ਅਦਾਲਤਾਂ ਦੇ ਅੰਦਰ ਸਿਆਣਪ ਤੋਂ ਕੰਮ ਲੈਣ। ਤੇ ਮੈਨੂੰ ਲੱਗਦਾ ਕਿ ਇੱਕ ਸਿਆਸਤਦਾਨ ਰਾਸ਼ਟਰਪਤੀ ਤੇ ਉਹ ਜੱਜਸ ਨੂੰ ਕਹਿ ਰਿਹਾ, ਕਿਉਂਕਿ ਪਿਛਲੇ ਦਿਨਾਂ 'ਚ ਤਿੱਖੇ ਚੱਲਦੇ ਰਹੇ ਆ ਅਦਾਲਤਾਂ ਦੇ ਮਾਮਲੇ, ਤੇ ਚੀਫ ਜਸਟਿਸ ਨੇ ਵੀ ਮੌਕੇ ਦੇ ਉੱਤੇ ਆਪਣੀ ਗੱਲ ਕਹਿਣੋਂ ਖੁੰਝੇ ਨਹੀਂ। ਉਹ ਕਹਿੰਦੇ ਕਾਨੂੰਨ ਬਣਾਉਣ ਸਮੇਂ ਪ੍ਰਭਾਵ ਬਾਰੇ ਨਹੀਂ ਸੋਚਦੇ, ਕਾਨੂੰਨ ਬਣਾ ਲੈਂਦੇ, ਨਹੀਂ ਵੇਖਦੇ ਕਿ ਇਹਦੇ ਅਸਰ ਕੀ ਹੋਣਗੇ। ਤੇ ਤੀਜਾ ਨਾਲ ਹੀ ਲੱਗਦਾ ਮਸਲਾ, ਹਾਈ ਕੋਰਟ ਦਿੱਲੀ ਵਾਲੀ ਆਖਦੀ ਹੈ ਕਿ ਬਹੁ ਗਿਣਤੀ ਨਾਲ ਮੇਲ ਖਾਂਦੇ ਵਿਚਾਰ ਹੀ ਕੱਲਾ ਆਜ਼ਾਦੀ ਦਾ ਪ੍ਰਗਟਾਵਾ ਜਾਂ ਉਹਦਾ ਲਖਾਇਕ ਨਹੀਂ ਹੁੰਦਾ। ਮੈਨੂੰ ਹੁਣ ਇਹਨਾਂ ਤਿੰਨਾਂ ਮਾਮਲਿਆਂ ਤੇ ਆਪਣੀ ਭਾਵਪੂਰਤ ਟਿੱਪਣੀ ਦਿਓ, ਦੇਸ਼ ਲਈ ਇਹ ਮੀਨਿੰਗਫੁਲ ਗੱਲਾਂ ਨੇ। ਬਿਲਕੁਲ, ਰਾਸ਼ਟਰਪਤੀ ਰਾਮਨਾਥ ਕੋਵਿੰਦ ਦਾ ਇਹ ਕਹਿਣਾ ਕਿ ਜੱਜਾਂ ਨੂੰ ਜਾਂ ਜਿਹਨੇ ਸਾਡੇ ਪੂਰੀ ਜੁਡੀਸ਼ਰੀ ਨੂੰ ਸਿਆਣਪ ਤੋਂ ਕੰਮ ਲੈਣਾ ਚਾਹੀਦਾ, ਠੀਕ ਆ। ਇੱਕ ਜੇ ਆਮ ਜੇ ਸੰਦਰਭ ਦੇ ਵਿੱਚ ਇਹਨੂੰ ਦੇਖਿਆ ਜਾਏ ਤਾਂ ਸ਼ਾਇਦ ਲੱਗਦਾ ਕਿ ਚਲੋ ਕੋਈ ਗੱਲ ਨਹੀਂ, ਉਹ ਸ਼ਾਇਦ ਨਾਰਮਲੀ ਇਹ ਗੱਲ ਕਰ ਰਹੇ ਹੋਣ, ਲੇਕਿਨ ਇਹਦਾ ਪਿਛੋਕੜ ਆ। ਤੁਸੀਂ ਦੇਖੋ, ਅਦਾਲਤਾਂ ਦੇ ਵਿੱਚ ਲਗਾਤਾਰ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਕਾਰਵਾਈਆਂ ਹੋਈਆਂ ਨੇ। ਪਹਿਲਾਂ ਤਾਂ ਮੈਂ ਤੁਹਾਨੂੰ 12 ਜਨਵਰੀ ਸਨ 2018 ਦੀ 4 ਸੁਪਰੀਮ ਕੋਰਟ ਦੇ ਜੱਜਾਂ ਦੀ ਉਹ ਪ੍ਰੈਸ ਕਾਨਫਰੰਸ ਯਾਦ ਕਰਾਉਣਾ ਚਾਹੁੰਦਾ, ਜਦੋਂ ਉਹ ਬਾਹਰ ਆ ਕੇ ਕਹਿੰਦੇ ਆ ਕਿ ਇਸ ਦੇਸ਼ ਦਾ ਲੋਕਤੰਤਰ ਖਤਰੇ 'ਚ ਆ। ਉਸੇ ਪ੍ਰੈਸ ਕਾਨਫਰੰਸ ਦੇ ਵਿੱਚ ਤੁਹਾਨੂੰ ਇਹ ਵੀ ਪਤਾ, ਰੰਜਨ ਗੋਗੋਈ ਸਾਹਿਬ ਜਿਹੜੇ ਬਾਅਦ ਦੇ ਵਿੱਚ ਸਾਡੇ ਚੀਫ ਜਸਟਿਸ ਬਣਦੇ ਆ, ਉਹ ਵੀ ਮੌਜੂਦ ਸੀ। ਉਹਨਾਂ ਦੀ ਅਦਾਲਤ ਦੇ ਵਿੱਚ ਕੋਰਟ ਨੰਬਰ 1 ਹੁੰਦਾ ਸੁਪਰੀਮ ਕੋਰਟ ਦਾ, ਜਿਹੜੇ ਪ੍ਰਧਾਨ ਮੰਤਰੀ ਰਾਤੋਂ ਰਾਤ ਪਹੁੰਚ ਜਾਂਦੇ ਨੇ 8 ਵਜੇ ਤੋਂ ਬਾਅਦ, ਬੜੇ ਤਰ੍ਹਾਂ ਦੇ ਕਿਆਸੇ ਲਾਏ ਜਾਂਦੇ ਆ। ਮੈਂ ਸਿਰਫ ਇਸ ਕਰਕੇ ਇਹ ਸਾਰਾ ਕੁਝ ਦੱਸ ਰਿਹਾ ਕਿ ਜਦੋਂ ਉਹਨਾਂ ਨੂੰ ਰਾਜ ਸਭਾ ਦਾ ਮੈਂਬਰ ਬਣਾ ਦਿੱਤਾ ਜਾਂਦਾ, ਜਦੋਂ ਅਰੁਣ ਕੁਮਾਰ ਮਿਸ਼ਰਾ ਨੂੰ ਸਾਰੇ ਕਨਸਟੀਟਿਊਸ਼ਨ ਜਾਂ ਸੰਵਿਧਾਨ ਨੂੰ ਤਾਕ ਤੇ ਰੱਖ ਕੇ ਉਹਨਾਂ ਨੂੰ ਜਾ ਕੇ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦਾ ਚੇਅਰਮੈਨ ਬਣਾ ਦਿੱਤਾ ਜਾਂਦਾ। ਮੈਂ ਦੱਸ ਦੇਣਾ ਚਾਹੁੰਦਾ ਆਪਣੇ ਦਰਸ਼ਕਾਂ ਨੂੰ ਕਿ ਹਜੇ ਤੱਕ ਸਿਰਫ ਸੁਪਰੀਮ ਕੋਰਟ ਦੇ ਜਿਹੜੇ ਚੀਫ ਜਸਟਿਸ ਹੁੰਦੇ ਸੀ, ਉਹਨਾਂ ਨੂੰ ਹੀ ਇਸ ਦਾ ਚੇਅਰਮੈਨ ਬਣਾਇਆ ਜਾਂਦਾ ਸੀ। ਸੁਪਰੀਮ ਕੋਰਟ ਦੇ ਸਿਰਫ ਜਿਹੜੇ ਜੱਜ ਹੁੰਦੇ ਸੀ, ਉਹਨਾਂ ਨੂੰ ਨਹੀਂ ਸੀ ਬਣਾਇਆ ਜਾਂਦਾ। ਸੋ ਇਸ ਕਰਕੇ ਮੇਰਾ ਇਹ ਕਹਿਣ ਦਾ ਮਤਲਬ ਹੈ ਕਿ ਜਦੋਂ ਉਹ ਤਾਂ ਕਹਿੰਦੇ ਆ, ਠੀਕ ਹੈ, ਉਹਨਾਂ ਦਾ ਕਹਿਣਾ ਆਪਣੀ ਜਗ੍ਹਾ ਠੀਕ ਹੋਏਗਾ ਕਿ ਸਿਆਣਪ ਤੋਂ ਕੰਮ ਲੈਣਾ ਚਾਹੀਦਾ, ਲੇਕਿਨ ਜਿਹੜੀ ਜੁਡੀਸ਼ਰੀ ਸੀ ਉਹ ਵੀ ਕਿਤੇ ਨਾ ਕਿਤੇ ਬਹੁਤ ਪ੍ਰੈਸ਼ਰ 'ਚ ਨਜ਼ਰ ਆਉਂਦੀ ਸੀ। ਜਦੋਂ NV ਰਮੰਨਾ ਸਾਹਿਬ ਆਏ ਆ, ਉਦੋਂ ਤੋਂ ਜਿਸ ਤਰ੍ਹਾਂ ਦੇ ਫੈਸਲੇ, ਚਾਹੇ ਉਹ ਵੈਕਸੀਨੇਸ਼ਨ ਨੂੰ ਲੈ ਕੇ ਹੋਣ, COVID-19 ਦੇ ਦਰਮਿਆਨ ਆਕਸੀਜਨ ਨੂੰ ਲੈ ਕੇ ਹੋਣ, ਪੈਗਾਸਸ ਮਾਮਲਿਆਂ ਤੇ ਹੋਣ, ਹੋਰ ਤਮਾਮ ਪੋਲਿਊਸ਼ਨ ਦੇ ਮਾਮਲਿਆਂ ਤੇ ਪਿਛਲੇ ਦਿਨਾਂ ਦੇ ਵਿੱਚ ਜੋ ਸੁਪਰੀਮ ਕੋਰਟ ਨੇ ਆਪਣੀਆਂ ਟਿੱਪਣੀਆਂ ਕੀਤੀਆਂ, ਉਹ ਆਪਣੇ ਆਪ ਦੇ ਵਿੱਚ ਲੱਗਦਾ ਕਿ ਸ਼ਾਇਦ ਲੋਕਤੰਤਰ ਦੀਆਂ ਕਦਰਾਂ ਕੀਮਤਾਂ ਕਿਤੇ ਵਾਪਸ ਆ ਰਹੀਆਂ। ਰੰਧਾਵਾ ਜੀ, ਅਗਲੀ ਗੱਲ, ਤੁਸੀਂ ਦਿੱਲੀ ਹਾਈ ਕੋਰਟ ਦੀ ਜਿਹੜੀ ਗੱਲ ਕੀਤੀ ਹੈ, ਮੈਂ ਉਸ ਬਾਰੇ ਵੀ ਦੱਸਦਾ। ਯਸ਼ਵੰਤ ਵਰਮਾ ਜਦੋਂ ਸਲਮਾਨ ਖੁਰਸ਼ੀਦ ਕਾਂਗਰਸ ਦੇ ਲੀਡਰ ਆ, ਔਰ ਤੁਸੀਂ ਪਹਿਲਾਂ ਵੀ ਦੱਸਿਆ ਕਿ ਉਹਨਾਂ ਨੇ ਜਿਹੜੀ ਕਿਤਾਬ ਲਿਖੀ ਆ ਸਨਰਾਈਜ਼ ਔਨ ਅਯੋਧਿਆ, ਜਿਹੜਾ ਸਾਡਾ ਆਰ ਨੇਸ਼ਨਹੁੱਡ ਟੁਡੇ, ਇਸ ਤਰ੍ਹਾਂ ਦੀ ਉਹਨਾਂ ਨੇ ਕਿਤਾਬ ਲਿਖੀ ਆ, ਉਸ ਦੇ ਵਿੱਚ ਉਹਨਾਂ ਦਾ ਨੈਨੀਤਾਲ ਘਰ ਸੀ ਸਾੜਨ ਦੀ ਕੋਸ਼ਿਸ਼ ਕੀਤੀ। ਦੇਖੋ, ਬੜੀ ਹੀ ਅਹਿਮ ਟਿੱਪਣੀ ਆ। ਉਹ ਕਹਿੰਦੇ ਆ, ਜਿਹੜੇ ਜੱਜ ਸਾਹਿਬ ਆ, ਉਹ ਕਹਿੰਦੇ ਜਿਹੜੀ ਬਹੁ ਗਿਣਤੀ ਦੇ ਜਿਹੜੇ ਹੈ, ਜ਼ਰੂਰੀ ਨਹੀਂ ਹੁੰਦਾ ਕਿ ਜੇ ਘੱਟ ਗਿਣਤੀਆਂ ਦੇ ਜਿਹੜੇ ਵਿਚਾਰ ਆ, ਜੇ ਉਹ ਆਪਣਾ ਫਰੀडम ਆਫ ਐਕਸਪ੍ਰੈਸ਼ਨ ਦਿੰਦੇ ਆ, ਉਹ ਬਹੁ ਗਿਣਤੀ ਦੇ ਨਾਲ ਮੇਲ ਕਰੇ ਜਾਂ ਉਹਦੇ ਨਾਲ ਮੈਚ ਕਰੇ, ਉਹਨਾਂ ਨਾਲ ਮੇਲ ਖਾਵੇ। ਉਹਨਾਂ ਦੇ ਵਿਚਾਰ ਭਿੰਨ ਹੋ ਸਕਦੇ ਆ, ਵੱਖਰੇ ਹੋ ਸਕਦੇ ਆ, ਉਹਨਾਂ ਨੂੰ ਐਕਸੈਪਟ ਕਰੋ। ਸੰਵਿਧਾਨ ਇਸ ਗੱਲ ਦੀ ਇਜਾਜ਼ਤ ਦਿੰਦਾ। ਉਹ ਇੱਕ ਗੱਲ ਹੋਰ ਵੀ ਕਹਿੰਦੇ ਆ, ਉਹ ਕਹਿੰਦੇ ਜਿਹੜੇ ਇਸ ਕਿਤਾਬ ਦਾ ਵਿਰੋਧ ਕਰ ਰਹੇ ਆ, ਉਹ ਘੱਟੋ ਘੱਟ ਆਪਣੇ ਲੋਕਾਂ ਨੂੰ ਇਹ ਕਹਿੰਦੇ ਨੇ ਕਿਤਾਬ ਨੂੰ ਨਾ ਪੜੋ। ਹੁਣ ਮੈਂ ਤੁਹਾਨੂੰ ਥੋੜਾ ਜਿਹਾ ਦੱਸਦਾ, ਇਸ ਕਿਤਾਬ ਦੇ ਵਿੱਚ ਬੇਸਿਕਲੀ ਉਹਨਾਂ ਨੇ ਗੱਲ ਜਿਹੜੀ ਮਾੜੀ ਲੱਗੀ ਆ ਲੋਕਾਂ ਨੂੰ, ਵੈਸੇ ਤਾਂ ਉਹਨਾਂ ਨੇ ਬਹੁਤ ਵਧੀਆ ਗੱਲਾਂ ਲਿਖੀਆਂ। ਸਾਰੇ ਅਯੋਧਿਆ ਦਾ ਜਿਹੜਾ ਵਰਡਿਕਟ ਆਇਆ, ਜੋ ਉਸ ਦਾ ਆਰਡਰ ਆਇਆ, ਉਸ ਦੀ ਤਾਰੀਫ ਕੀਤੀ ਆ ਕਿ ਇਸ ਦੇ ਵਿੱਚ ਸਾਡਾ ਭਾਈਚਾਰਾ ਹੋਰ ਮਜ਼ਬੂਤ ਹੋਇਆ, ਔਰ ਬਹੁਤ ਸਾਰੇ ਲੋਕਾਂ ਨੇ ਇਸ ਗੱਲ ਨੂੰ ਭੁਲਾ ਕੇ ਅੱਗੇ ਵਧਿਆ ਕਿ ਚਾਹੇ ਤੱਥ ਕੁਛ ਵੀ ਹੋਵੇ, ਕਿ ਹੁਣ ਜਿਹੜਾ ਅਯੋਧਿਆ ਦਾ ਮਸਲਾ ਹੱਲ ਹੋ ਗਿਆ। ਉਹਦੇ ਵਿੱਚ ਉਹਨਾਂ ਨੇ ਜਿਹੜੇ ਕੁਝ ਹਿੰਦੂਆਂ ਦੇ ਸੰਗਠਨ ਸੀ, ਹਿੰਦੂਵਾਦੀ ਹਿੰਦੂਤਵਾ ਜਿਹੜੇ ਕਰਦੇ ਸੀ, ਉਹਨਾਂ ਨੂੰ ਆਈਸਿਸ ਦੇ ਨਾਲ ਤੇ ਬੋਕੋ ਹਰਾਮ ਦੇ ਨਾਲ ਕੰਪੇਅਰ ਕੀਤਾ। ਇਹ ਬੋਕੋ ਹਰਾਮ ਨਾਈਜੀਰੀਆ ਦੀ ਟੈਰਰਿਸਟ ਆਊਟਫਿਟ ਆ। ਆਈਸਿਸ ਬਾਰੇ ਆਪਾਂ ਨੂੰ ਪਤਾ ਹੀ ਆ ਕਿ ਉਹ ਇੱਕ ਇਸਲਾਮਿਕ ਸਟੇਟ ਇਰਾਕ ਐਂਡ ਸੀਰੀਆ ਵਾਲੀ ਗੱਲ ਕਰਦੇ ਸੀ। ਇਸ ਚੀਜ਼ ਦਾ ਉਹਨਾਂ ਨੇ ਜਿਹੜਾ ਇਤਰਾਜ਼ ਕੀਤਾ, ਉਹ ਕਹਿੰਦੇ, ਮੈਨੂੰ ਯਾਦ ਆ ਰਿਹਾ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਵੀ ਇੱਕ ਵਾਰੀ ਇੱਕ ਕਿਤਾਬ ਸੀ ਦਾ ਵਿੰਚੀ ਕੋਡ, ਕ੍ਰਿਸਚੈਨਿਟੀ ਦੇ ਉੱਤੇ ਡੈਨ ਬਰਾਊਨ ਨੇ ਉਹ ਕਿਤਾਬ ਲਿਖੀ ਸੀ 2006 ਦੇ ਵਿੱਚ, ਜਦੋਂ ਪਹਿਲੀ ਵਾਰੀ ਮੁੱਖ ਮੰਤਰੀ ਸੀ ਉਹ, ਉਹਨਾਂ ਨੇ ਬੈਨ ਕਰਤੀ ਸੀ। ਰੰਧਾਵਾ ਜੀ, ਤੁਸੀਂ ਦੇਖੋ, ਬੜੀ ਹੈਰਾਨੀ ਹੁੰਦੀ, ਪੂਰੇ ਕ੍ਰਿਸਚੀਅਨ ਵਰਲਡ 'ਚ, ਪੂਰੀ ਦੁਨੀਆ ਦੇ ਵਿੱਚ ਉਹ ਕਿਤਾਬ ਕਿਤੇ ਬੈਨ ਨਹੀਂ ਸੀ ਹੋਈ, ਲੇਕਿਨ ਆਪਾਂ ਪੰਜਾਬ ਦੇ ਵਿੱਚ ਉਹਨੂੰ ਬੈਨ ਕਰਤਾ ਸੀ। ਕਈ ਵਾਰੀ ਕਈ ਤਰ੍ਹਾਂ ਦੀਆਂ ਜਿਹੜੀਆਂ ਹੁੰਦੀਆਂ ਤੁਹਾਡੇ ਤੇ ਸਿਆਸੀ ਮਜਬੂਰੀਆਂ, ਸਿਆਸੀ ਪ੍ਰੈਸ਼ਰ ਹੁੰਦੇ ਆ, ਉਹ ਤੁਹਾਡੇ ਤੇ ਆ ਕੇ ਖੜ ਜਾਂਦੇ। ਲੇਕਿਨ ਹਾਂ,
ਬੋਲਣ ਦੀ ਆਜ਼ਾਦੀ, ਸਾਡੀ ਫਰੀडम ਆਫ ਐਕਸਪ੍ਰੈਸ਼ਨ ਸਾਨੂੰ ਸੰਵਿਧਾਨ ਦਿੰਦਾ। ਔਰ ਮੈਨੂੰ ਲੱਗਦਾ ਜਿਹੜੀਆਂ ਸਾਡੀਆਂ ਅਦਾਲਤਾਂ ਉਹਨਾਂ ਦੀ ਰੱਖਿਆ ਕਰਨ ਦੇ ਵਿੱਚ ਪੂਰੀ ਕੋਸ਼ਿਸ਼ ਕਰ ਰਹੀਆਂ, ਔਰ ਜੇ ਇਹ ਲੱਗੀਆਂ ਰਹੀਆਂ ਤਾਂ ਜ਼ਰੂਰ ਕਾਮਯਾਬ ਹੋਣੀਆਂ, ਕਿਉਂਕਿ ਇਹ ਸਾਨੂੰ ਜਿਹੜੀ ਆਜ਼ਾਦੀ ਹੈ ਬੋਲਣ ਦੀ, ਉਹ ਸੰਵਿਧਾਨ ਨੇ ਦਿੱਤੀ ਹੈ। ਹਾਂ, ਉਹਦਾ ਦਾਇਰਾ, ਉਹਦੀ ਕੋਈ ਮਰਿਆਦਾ, ਉਸ ਮਰਿਆਦਾ ਨੂੰ ਵੀ ਸਾਨੂੰ ਧਿਆਨ 'ਚ ਰੱਖਣਾ ਚਾਹੀਦਾ ਜੀ। ਸਾਡੀ ਕੋਈ ਵੀ ਟਿੱਪਣੀ ਅਦਾਲਤ ਦੀ ਕਿਸੇ ਵੀ ਤਰ੍ਹਾਂ ਮਾਣਹਾਨੀ ਦਾ ਜਿਹੜਾ ਇਰਾਦੇ ਨਾਲ ਨਹੀਂ ਹੁੰਦੀ। ਸਾਡਾ ਇੱਕ ਡਿਸਕਸ਼ਨ ਹੁੰਦੀ ਹੈ ਕਿ ਅਸੀਂ ਜੋ ਤੱਥ ਨੇ ਉਹਨਾਂ ਤੇ ਗੱਲ ਕਰੀਏ। ਲੇਕਿਨ ਇੱਕ ਚੀਜ਼ ਜਿਹੜੀ ਮੈਂ ਕਹੀ ਕਿ ਦੇਸ਼ ਦੇ ਰਾਸ਼ਟਰਪਤੀ ਜਿਹੜੇ ਸਾਡੇ ਸੰਵਿਧਾਨਕ ਮੁਖੀ ਆ, ਉਹ ਥੋੜਾ ਕਮਜ਼ੋਰ ਨਜ਼ਰ ਆਉਂਦੇ। ਉਹਦਾ ਆਧਾਰ ਸਿਰਫ ਇਹ ਨਹੀਂ ਮੈਂ ਕਹਿ ਰਿਹਾ ਕਿ ਅਸੀਂ ਕਿਸੇ ਤਰ੍ਹਾਂ ਦੀ ਟਿੱਪਣੀ ਕਰ ਰਹੇ ਹਾਂ, ਕਿਉਂਕਿ ਸੰਵਿਧਾਨਕ ਤਾਕਤਾਂ ਹੋਣ ਦੇ ਬਾਵਜੂਦ ਰਾਸ਼ਟਰਪਤੀ ਦਾ ਅਹੁਦਾ ਜਿਹੜਾ ਇੱਕ ਸਨਮਾਨ ਤੇ ਇੱਜ਼ਤ ਦਾ ਹੀ ਹੈ। ਹੁਣ ਤੱਕ ਅਬਦੁਲ ਕਲਾਮ ਤੋਂ ਇਲਾਵਾ ਬਾਕੀ ਸਾਰੇ ਦੇ ਸਾਰੇ ਰਾਸ਼ਟਰਪਤੀ ਬਹੁਤ ਘੱਟ ਐਕਟਿਵ ਨਜ਼ਰ ਆਉਂਦੇ ਆ ਕਿ ਆਪਣੀਆਂ ਜਿਹੜੀਆਂ ਸੰਵਿਧਾਨਕ ਸ਼ਕਤੀਆਂ ਉਹਨਾਂ ਦਾ ਸਿੱਧਾ ਇਸਤੇਮਾਲ ਨਹੀਂ ਕਰਦੇ। ਇਹ ਕੋਈ ਸਿਆਸੀ ਪੋਸਟ ਨਹੀਂ, ਪਰ ਜੇਕਰ ਕੋਈ ਅਹੁਦੇ ਦੀ ਵਰਤੋਂ ਕਰਨਾ ਚਾਹਵੇ ਤਾਂ ਬੇਸ਼ੁਮਾਰ ਤਾਕਤਾਂ ਜਿੰਨੀ ਮਰਜ਼ੀ ਕਰ ਸਕਦਾ ਹੈ। ਆਖਰੀ ਟਿੱਪਣੀ, ਅਸੀਂ ਵਾਹਵਾ ਅੱਗੇ ਆ ਗਏ ਪਰ ਇਹ ਬੜੀ ਜ਼ਰੂਰੀ ਆ। ਕਿਸਾਨਾਂ ਨੇ ਸੰਸਦ ਵੱਲ ਮਾਰਚ ਰੱਦ ਕਰਤਾ ਤੇ ਤੋਮਰ ਸਾਹਿਬ ਨੇ ਪਰਾਲੀ ਵਾਲੀ ਜਿਹੜੀ ਗੱਲ ਉਹ ਕਹਿ ਕੇ ਵੀ ਹੁਣ ਇਹ ਅਪਰਾਧ ਨਹੀਂ ਰਿਹਾ, MSP ਦੇ ਉੱਤੇ ਜਿਹੜੀ ਕਮੇਟੀ ਉਹ 'ਚ ਕਿਸਾਨ ਵੀ ਸ਼ਾਮਲ ਹੋਣਗੇ। ਇਹ ਸੰਕੇਤ ਦੋਵੇਂ ਤਰ੍ਹਾਂ ਵੱਲੋਂ ਆ ਗਿਆ ਕਿ ਹੁਣ ਗੱਲਬਾਤ ਦੀ ਟੇਬਲ ਵੱਲ ਗੱਲ ਅੱਗੇ ਵਧ ਰਹੀ ਆ। ਜਿਹੜਾ ਮੋਰਚਾ ਹੈ ਉਹ ਬਹੁਤ ਜਲਦ ਖਤਮ ਹੋ ਜਾਊਗਾ। ਭਾਵੇਂ ਟਕੈਤ ਸਾਹਿਬ ਕੁਝ ਵੀ ਕਹਿ ਰਹੇ ਨੇ, ਇਹਦਾ ਮਤਲਬ ਅੰਦਰ ਗੱਲ ਜਿਹੜੀ ਆ ਉਹ ਗੱਲਬਾਤ ਵਾਲੀ ਆ, ਅੰਦਰ ਗੱਲ ਜਿਹੜੀ ਆ ਉਹ ਮੁੱਕਣ ਵਾਲੇ ਪਾਸੇ ਵੱਧ ਚੁੱਕੀ ਆ। ਤੁਹਾਡੀ ਟਿੱਪਣੀ ਅੱਜ ਤੋਂ 3 ਦਿਨ ਪਹਿਲਾਂ ਇਹ ਸੀਗੀ ਕਿ ਮਾਰਚ ਮਨਸੂਖ ਕਰਤਾ ਜਾਊਗਾ, ਰੱਦ ਕਰ ਲਿਆ ਜਾਊਗਾ, ਕਿਉਂਕਿ ਕਿਸਾਨ ਵੀ ਨਹੀਂ ਚਾਹੁੰਦੇ ਕਿ ਕੋਈ ਗਲਤੀ ਹੋਵੇ ਤੇ ਸਾਡੀ ਫਿਰ ਇੱਕ ਵਾਰੀ ਜਿੱਤੀ ਜਿਤਾਈ ਬਾਜੀ ਦੇ ਉੱਤੇ ਹਰਫ ਆਵੇ। ਕੀ ਕਹਿੰਦੇ ਹੋ ਜਾਂਦੇ ਜਾਂਦੇ? ਰੰਧਾਵਾ ਜੀ, ਲੱਗ ਏਦਾਂ ਰਿਹਾ ਜਦੋਂ ਤੋਂ 19 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਣਾ ਨੇ ਐਲਾਨ ਕੀਤਾ ਕਿ ਖੇਤੀ ਕਾਨੂੰਨ ਵਾਪਸ ਹੋਣਗੇ, ਬਾਅਦ ਚ ਕੈਬਨਿਟ ਚ ਆਉਂਦਾ ਤੇ ਹੁਣ ਤੁਹਾਨੂੰ ਪਤਾ ਸੋਮਵਾਰ ਨੂੰ ਇਸ ਨੂੰ ਪਾਰਲੀਮੈਂਟ ਦੇ ਵਿੱਚ ਪੇਸ਼ ਕਰਕੇ ਇਹਨਾਂ ਨੂੰ ਖਾਰਜ ਕਰ ਦਿੱਤਾ ਜਾਊਗਾ। ਇਸੇ ਤਰ੍ਹਾਂ ਨਰਿੰਦਰ ਸਿੰਘ ਤੋਮਰ ਹੋਣਾ ਦਾ ਇਹ ਬਿਆਨ ਆਉਣਾ ਕਿ ਅਸੀਂ ਪਰਾਲੀ ਵਾਲਾ ਕਾਨੂੰਨ ਹੁਣ ਉਹ ਕ੍ਰਿਮੀਨਲ ਕਾਨੂੰਨ ਨਹੀਂ ਹੋਏਗਾ, ਯਾਨੀ ਕਿ ਉਹ 'ਚ ਸਜ਼ਾਵਾਂ ਨਹੀਂ ਮਿਲਣਗੀਆਂ। ਜਿਹੜਾ 1 ਕਰੋੜ ਦਾ ਉਹਨਾਂ ਤੇ ਜੁਰਮਾਨਾ ਸੀ, 5 ਸਾਲ ਦੀ ਕੈਦ, ਉਹ ਅਸੀਂ ਨਹੀਂ ਕਰਾਂਗੇ। ਇਸ ਚੀਜ਼ ਦੀ ਉਹਨਾਂ ਨੇ ਜਿਹੜਾ ਪ੍ਰੋਮਿਸ ਸੀਗਾ, ਵਾਅਦਾ ਸੀ, ਉਹ ਜਦੋਂ 11 ਦੌਰ ਦੀ ਗੱਲਬਾਤ ਸੀ ਉਦੋਂ ਵੀ ਕੀਤਾ ਸੀ। ਖੈਰ, ਗੱਲ ਏਦਾਂ ਲੱਗ ਰਿਹਾ ਕਿ ਹੁਣ ਖੁਸ਼ਗਵਾਰ ਜਿਹੜਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਦੋਨਾਂ ਧਿਰਾਂ ਵੱਲੋਂ ਕੀਤੀ ਜਾ ਰਹੀ ਹੈ। ਸਰਕਾਰ ਵੱਲੋਂ ਇਹ ਕਹਿਣਾ ਤੇ ਦੂਸਰੇ ਪਾਸਿਓਂ ਕਿਸਾਨਾਂ ਦੇ ਆਗੂਆਂ ਨੇ, ਸੰਯੁਕਤ ਕਿਸਾਨ ਮੋਰਚੇ ਨੇ ਜਿਸ ਤਰ੍ਹਾਂ ਆਪਣਾ ਟਰੈਕਟਰ ਮਾਰਚ ਸੀਗਾ ਉਹਨੂੰ ਸਥਗਿਤ ਕਰਤਾ, ਉਹਨੂੰ ਹੁਣ ਅੱਗੇ ਪਾਤਾ ਜਾਂ ਕੈਂਸਲ ਕਰਤਾ। ਆਉਣ ਵਾਲੇ ਦਿਨਾਂ ਵਿੱਚ ਜਿਸ ਤਰ੍ਹਾਂ ਆਗੂਆਂ ਨੇ ਕਿਹਾ ਵੀ ਆ ਵੀ ਸਾਨੂੰ ਕਮੇਟੀ ਨਹੀਂ, ਸਾਨੂੰ ਕਮਿਟਮੈਂਟ ਚਾਹੀਦੀ ਆ। ਗੱਲਬਾਤ ਰਾਹੀਂ ਹੀ ਇਹ ਜਿਹੜੀਆਂ ਕਮਿਟਮੈਂਟਸ ਹੁੰਦੀਆਂ ਨੇ, ਡਾਇਲੌਗ ਕਰਨਾ, ਆਪਸ ਦੇ ਵਿੱਚ ਵਿਚਾਰ ਵਟਾਂਦਰਾ ਕਰਨਾ ਬਹੁਤ ਜ਼ਰੂਰੀ ਹੈ। ਅਸੀਂ ਲਗਾਤਾਰ ਕਹਿੰਦੇ ਰਹੇ ਸੀ ਕਿ ਜਦੋਂ 22 ਜਨਵਰੀ ਨੂੰ ਇਸ ਸਾਲ ਦੇ ਸ਼ੁਰੂ ਦੇ ਵਿੱਚ ਗੱਲ ਟੁੱਟੀ, ਉਸ ਤੋਂ ਬਾਅਦ ਗੱਲ ਨਹੀਂ ਹੋਈ। ਇਹ ਗੱਲ ਕਰਨੀ ਬਹੁਤ ਜ਼ਰੂਰੀ ਹੈ। ਹੁਣ ਕਿਸਾਨ ਧਿਰਾਂ ਨੇ ਇਹ ਵੀ ਗੱਲ ਕਹੀ ਆ, ਉਹਨਾਂ ਨੇ ਸਰਕਾਰ ਨੂੰ ਇਨਵਾਈਟ ਕੀਤਾ ਕਿ ਸਾਡੇ ਨਾਲ ਗੱਲਬਾਤ ਕਰੋ। ਤੁਹਾਡੇ ਅਸੀਂ ਬਿਆਨ ਟੀਵੀ ਤੇ ਜ਼ਰੂਰ ਸੁਣ ਲਏ ਆ, ਤੁਹਾਡੇ ਜਿਹੜੀਆਂ ਟਿੱਪਣੀਆਂ ਅਸੀਂ ਸੁਣਨੀਆਂ, ਲੇਕਿਨ ਆਓ ਬੈਠ ਕੇ ਗੱਲ ਕਰੀਏ ਤੇ ਸੁਧਾਰਾਂ ਦੀ, ਕਿਉਂਕਿ ਲੋੜ ਆ। ਰੰਧਾਵਾ ਜੀ, ਇੱਥੇ ਗੱਲ ਖਤਮ ਨਹੀਂ ਹੋ ਜਾਂਦੀ। ਇਹ ਕਾਨੂੰਨ ਜੇ ਖਤਮ ਹੋ ਗਏ, ਕਿਉਂਕਿ ਕਾਨੂੰਨ ਤਾਂ ਵੈਸੇ ਵੀ ਲਾਗੂ ਨਹੀਂ ਸੀਗੇ, ਸੁਪਰੀਮ ਕੋਰਟ ਨੇ ਜਿਹੜੀ ਰੋਕ ਲਾਈ ਹੋਈ ਸੀ, ਲੇਕਿਨ ਕਿਸਾਨੀ ਦੇ ਵਿੱਚ, ਖੇਤੀ ਦੇ ਵਿੱਚ ਸੁਧਾਰਾਂ ਦੀ ਬਹੁਤ ਲੋੜ ਆ। ਉਹ ਡਾਇਵਰਸੀਫਿਕੇਸ਼ਨ ਦੀ ਗੱਲ ਹੋਵੇ, ਉਹ ਫਸਲਾਂ ਦੇ MSP, ਜੋ ਵੀ ਗੱਲਾਂ ਹੈਗੀਆਂ ਉਹ ਬੈਠ ਕੇ ਹੋਣੀਆਂ ਚਾਹੀਦੀਆਂ, ਤਾਂ ਕਿ ਜਿਹੜੇ ਸਾਡੇ ਕਿਸਾਨ ਨੇ ਉਹ ਖੁਦਕੁਸ਼ੀਆਂ ਜਾਂ ਆਤਮ ਹੱਤਿਆਵਾਂ ਜਿਹੜੀਆਂ ਕਰ ਰਹੇ ਨੇ ਉਹ ਨਾ ਕਰਨ, ਉਹਨਾਂ ਦੀ ਜ਼ਿੰਦਗੀ ਵਿੱਚ ਵੀ ਖੁਸ਼ਹਾਲੀ ਆਵੇ ਸਾਰੇ। ਕਿਉਂਕਿ ਸਾਡਾ 50% ਜਿਹੜਾ ਮਾਸ਼ਰਾ ਉਹ ਲਗਭਗ ਖੇਤੀ ਦੇ ਨਾਲ ਜੁੜਿਆ ਹੋਇਆ। ਸੋ ਇਸ ਗੱਲ ਦਾ ਸਾਨੂੰ ਬਹੁਤ ਧਿਆਨ ਰੱਖਣ ਦੀ ਲੋੜ ਆ। ਔਰ ਮੈਨੂੰ ਲੱਗਦਾ ਕਿ ਹੁਣ ਜਿਹੜਾ ਸਮਾਂ ਆ ਗਿਆ ਜਦੋਂ ਸ਼ਾਇਦ ਦੋਨੇ ਧਿਰਾਂ ਰਲ ਕੇ ਬੈਠਣਗੀਆਂ ਔਰ ਗੱਲਬਾਤ ਆ ਜਿਹੜੀ ਉਹ ਕਿਸੇ ਸਿਰੇ ਲੱਗੇਗੀ। ਜੀ ਮਨਪ੍ਰੀਤ ਜੀ, ਬਹੁਤ ਮਿਹਰਬਾਨੀ। ਬਹੁਤ ਬਹੁਤ ਧੰਨਵਾਦ ਤੁਹਾਡਾ ਰੰਧਾਵਾ ਜੀ।